ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰਨੀ ਗੁਰਮੀਤ ਕੌਰ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਸਰਦਾਰਨੀ ਗੁਰਮੀਤ ਕੌਰ ਜੀ ਦਾ ਜਨਮ ਪਿਤਾ ਸਰਦਾਰ ਚੰਨਣ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਗੁਰਮੇਜ ਕੌਰ ਹੋਣਾ ਦੀ ਕੁੱਖੋਂ ਲਗਭਗ 88 ਵਰੇ ਪਹਿਲਾਂ ਪਿੰਡ ਉੱਪਲ ਨੇੜੇ ਕਲਾਨੌਰ ਵਿਖੇ ਹੋਇਆ। ਆਪ ਜੀ 4 ਭੈਣਾਂ ਅਤੇ 3 ਭਰਾਵਾਂ ਵਿੱਚੋਂ ਦੂਸਰੇ ਨੰਬਰ ਤੇ ਸਨ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪ ਜੀ ਦਾ ਵਿਆਹ 20 ਸਾਲ ਦੀ ਉਮਰ ਵਿੱਚ ਸਰਦਾਰ ਸਵਰਨ ਸਿੰਘ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ ਅਤੇ ਆਪਣੇ ਪਤੀ ਦੇ ਕਾਰੋਬਾਰ ਦੀ ਉન્નਤੀ ਵਿੱਚ ਸਰਦਾਰਨੀ ਗੁਰਮੀਤ ਕੌਰ ਜੀ ਹੁਣਾਂ ਦਾ ਉੱਘਾ ਯੋਗਦਾਨ ਸੀ। ਆਪ ਜੀ ਦੇ ਘਰ ਪੁੱਤਰਾਂ ਸਰਦਾਰ ਸ਼ਿੰਗਾਰਾ ਸਿੰਘ, ਕੁਲਵਿੰਦਰ ਸਿੰਘ, ਮਹਿੰਦਰ ਸਿੰਘ, ਡਾਕਟਰ ਜੰਗ ਬਹਾਦਰ ਸਿੰਘ ਅਤੇ ਪੁੱਤਰੀਆਂ ਸਵਿੰਦਰ ਕੌਰ, ਨਰਿੰਦਰ ਕੌਰ, ਰਣਜੀਤ ਕੌਰ, ਕੁਲਵੰਤ ਕੌਰ ਅਤੇ ਬਲਜਿੰਦਰ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀਆਂ ਬੇਟੀਆਂ ਆਪੋ ਆਪਣੇ ਸਹੁਰੇ ਘਰੀ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀਆਂ ਹਨ ਅਤੇ ਆਪ ਜੀ ਦੇ ਬੇਟੇ ਸਵਰਗਵਾਸੀ ਸਰਦਾਰ ਸ਼ਿੰਗਾਰਾ ਸਿੰਘ ਜੀ ਲੰਮਾ ਸਮਾਂ ਪਿੰਡ ਦੇ ਸਰਪੰਚ ਰਹੇ ਅਤੇ ਆਪਣੇ ਕਾਰਜਕਾਲ ਦੌਰਾਨ ਆਪ ਜੀ ਨੇ ਆਪਣੇ ਪਿੰਡ ਦੇ ਵਿਕਾਸ ਲਈ ਅਹਿਮ ਯਤਨ ਅਦਾ ਕੀਤੇ। ਆਪ ਜੀ ਦੇ ਦੂਸਰੇ ਬੇਟੇ ਕੁਲਵਿੰਦਰ ਸਿੰਘ ਜੀ ਇੱਕ ਸਫਲ ਆੜਤੀ ਹਨ ਅਤੇ ਆੜਤੀ ਐਸੋਸੀਏਸ਼ਨ ਕਲਾਨੌਰ ਦੇ ਪ੍ਰਧਾਨ ਵੀ ਹਨ। ਆਪ ਜੀ ਦੇ ਤੀਸਰੇ ਬੇਟੇ ਮਹਿੰਦਰ ਸਿੰਘ ਜੀ ਇੱਕ ਉੱਘੇ ਕਿਸਾਨ ਹਨ ਅਤੇ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਸੰਭਾਲ ਰਹੇ ਹਨ ਅਤੇ ਉન્નਤ ਖੇਤੀ ਕਰ ਰਹੇ ਹਨ। ਆਪ ਜੀ ਦੇ ਬੇਟੇ ਡਾਕਟਰ ਜੰਗ ਬਹਾਦਰ ਸਿੰਘ ਜੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਸੇਵਾਵਾਂ ਨਿਭਾ ਰਹੇ ਹਨ। ਮਾਤਾ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਪੜ੍ਹਿਆ ਲਿਖਿਆ ਪਰਿਵਾਰ ਹੈ, ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਮਾਤਾ ਜੀ ਦੇ ਪੋਤਰੇ ਅਤੇ ਪੋਤਰੀਆਂ ਸਾਰੇ ਹੀ ਬਹੁਤ ਹੀ ਪੜ੍ਹੇ ਲਿਖੇ ਹਨ ਅਤੇ ਵੈਲ ਸੈਟਲ ਹਨ ਅਤੇ ਇਸ ਦੇਸ਼ ਦੀ ਧਰਤੀ ਦੇ ਨਾਲ-ਨਾਲ ਵਿਦੇਸ਼ਾਂ ਦੀ ਧਰਤੀ ਤੇ ਵੀ ਆਪਣੇ ਦਾਦਾ ਜੀ, ਆਪਣੇ ਦਾਦੀ ਜੀ ਅਤੇ ਆਪਣੇ ਮਾਤਾ-ਪਿਤਾ ਦੇ ਨਾਮ ਨੂੰ ਰੌਸ਼ਨ ਕਰ ਰਹੇ ਹਨ। ਸਰਦਾਰਨੀ ਗੁਰਮੀਤ ਕੌਰ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ-ਬਰ ਤਿਆਰ ਰਿਹਾ ਕਰਦੇ ਸਨ। ਆਪ ਜੀ ਅੰਮ੍ਰਿਤਧਾਰੀ ਸਨ ਅਤੇ ਰੋਜ਼ਾਨਾ ਗੁਰੂ ਘਰ ਜਾਣਾ, ਨਿਤਨੇਮ ਕਰਨਾ ਆਪ ਜੀ ਦੀ ਦਿਨਚਰਿਆ ਸੀ। ਸਰਦਾਰਨੀ ਗੁਰਮੀਤ ਕੌਰ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਸਰਦਾਰਨੀ ਗੁਰਮੀਤ ਕੌਰ ਜੀ ਹੁਣਾਂ ਨੇ ਜਿੰਨੀ ਵੀ ਜ਼ਿੰਦਗੀ ਇਸ ਦੁਨੀਆ ਤੇ ਬਸਰ ਕੀਤੀ, ਆਪਣੀਆਂ ਅਮਿੱਟ ਯਾਦਾਂ ਛੱਡੀਆਂ ਅਤੇ ਪਰਮਾਤਮਾ ਦੇ ਘਰ ਲਈ ਰੁਖਸਤ ਹੋਏ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਕੁਲਵਿੰਦਰ ਸਿੰਘ, ਮਹਿੰਦਰ ਸਿੰਘ, ਡਾਕਟਰ ਜੰਗ ਬਹਾਦਰ ਸਿੰਘ, ਸਵਿੰਦਰ ਕੌਰ, ਨਰਿੰਦਰ ਕੌਰ, ਰਣਜੀਤ ਕੌਰ, ਕੁਲਵੰਤ ਕੌਰ, ਬਲਜਿੰਦਰ ਕੌਰ, ਕਸ਼ਮੀਰ ਕੌਰ, ਸੁਖਵਿੰਦਰ ਕੌਰ, ਡਾਕਟਰ ਚਰਨਜੀਵ ਕੌਰ, ਜੋਗਿੰਦਰ ਸਿੰਘ, ਜਗਦੀਸ਼ ਸਿੰਘ, ਦਇਆ ਸਿੰਘ, ਪ੍ਰਭਜੋਤ ਸਿੰਘ, ਪ੍ਰਦੀਪ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਬਾਬਾ ਕਾਰਜੀ ਕਲਾਨੌਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਜਾਏ ਸੁਤੇ ਦੀ ਰਾਤ रंग मान ले प्यारिया, रंग मान ले प्यारिया।
रंग मान ले प्यारिया रंग मान ले रंग मान ले प्यारिया जा जो बनना भुला सज्जन मेरे रंग ले जाए सुते जीरा 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 सुती पेये जान विरती सन गुणा गवाई कंठड़ी अब गुण चली बन अब गुण चली बन सज्जन मेरे रंग ले जाए सुते जीरा सज्जन मेरे रंग ले जाए सुते जाए सुते जीरा जाए सुते जीरा वाहेगुरु नांगे आवना नांगे जाना हर हुक्म पाया क्या कीजै जिसकी वसत सोई ले जाएगा
रोस किसै स्यों कीजै। क्योंकि जिस दिन माता गुरमीत कौर हुणां ने अपनी माँ की कुख तो जन्म लिया ना, तो सतगुरु जी की पावन बाणी के बचन ने मरण लिखाए मंडल में आए। जो भी प्राणी इस संसार दे विच आउंदा है मरना लिखवा के आउंदा है, क्योंकि इस दुनिया के कानूनां दे विच उतरा चढ़ा आ सकदा है। इस दुनिया दे विच रहिंदियां होया इंसान नूं इंसान नीवां दिखा सकदा है, पर गुरु की संगत वो जिहड़ा अकाल पुरख वाहिगुरु दा हुक्म है ना, वो सारी अमीर गरीब सृष्टि दे लई एक है। क्योंकि जपजी साहब की पावन बाणी जदों पढ़ते हो ना, तो सतगुरु जी कहते ने हुक्म है अंदर सब को, बाहर हुक्म ना कोई। सतगुरु जी पावन बाणी दे विच कहते ने ना को मूर्ख ना को सियाना, वरतै सब किश तेरा भाना। मौत एक करोड़ापति बंदे नूं भी आउणी है, तो मौत एक भिखारी नूं भी आउणी है। तो गुरु की संगत आउणी किद्दां है? आप जी ने हुणे पावन पंक्तियां सरवण कीतियां सी। रज ना कोई जीविया पहुँच ना चलिया कोए, ज्ञानी जीवै सदा सदा सुरती ही पत होए। सरफै सरफै सदा सदा एवै गई विहाए, नानक किसनों आखिए बिन पुछिया ही लै जाए। बिना पुछन तो, बिना किसी सलाह तो जदों वो अकाल पुरख वाहिगुरु का हुक्म आ गया ना, तो प्राणी नूं इस संसार तो जाना पैंदा है। क्योंकि उस अकाल पुरख वाहिगुरु की रजा है। साडी उम्र 10 दिन की लिख देवे, साडी उम्र 10 साल की लिख देवे, साडी उम्र 50 साल की लिख देवे, साडी उम्र 100 साल की लिख देवे, पर गुरु की संगत जो भी इस संसार दे विच आया है ना, उसने एक ना एक दिन इस संसार नूं छड्ड के तुर जाना है। आसा जी की 20वीं पौड़ी दे विच तुसीं सारे पढ़ते हो, सरवण करते हो। जो आया सो चल सी, सब कोई आई वारी है। बस इन्नी क पावन पंक्ति असीं पढ़ते हैं, अगों नहीं पढ़ते। अगली पावन पंक्ति च सतगुरु जी कहते ने, जिसके जी प्राण हैं क्यों साहिब मनो विसारी है। कहते ने जिस जीव दे कोल उस परमेश्वर वाहिगुरु दे दिते हुए सुआस ने ना, उन्होंने विसारना नहीं चाहिए। दुनियावी धंधियां दे नाल नाल गुरु साहब जी ने किते नहीं कहा कि अपने दुनियावी धंधे छड्ड के बाणी पढ़ो, नहीं। कबीर एक घड़ी आदि घड़ी, आदि हूँ ते आद, भगतन सेती गोष्ठे, जो कीने सो लाभ। तो कबीर साहब कहते ने, राम सिमर पछताएगा मन, पापी जियरा लोभ करत है, आज कल उठ जाएगा। अज नहीं तो कल असीं भी चले जाना है। तो इस पावन शब्द दीयां जिहड़ियां अंतलियां पंक्तियां ने ना, कबीर साहब कहते ने, धर्म राय जब लेखा मांगे क्या मुख लैके जाएगा। कहते किहड़ा मूँह लैके जावेगा। तो अगली पंक्ति दे विच नाल ही उत्तर दे दिता, कहत कबीर सुनो रे संतो, साध संगत तर जाएगा। गुरु की संगत जदों किते सत संगत दे विच बैठदे हो ना, सब तो पहला शुकराना करया करो कि सच्चे पातशाह कलयुग के समय दे विचों कुछ समा आप जी ने अपनी गोद दे विच बिठा करके ये समा सफला किया है। बंदा वड्डे बंदे दे कोल बह के फकर महसूस करता जे, पर उस वक्त फकर महसूस करया करिए। सतगुरु जी पावन बाणी दे विच कहंदे ने, सज्जन सच्चा पातशाह सिर साहां दे साहो, जिस पास बैठिया सोहीए सबना दा वे साहो। ये ओ दर है। सतगुरु जी कहते ने, जिस पापी को मिले ना ढोई, सरन आवे तां निर्मल होई। जो सरन आवे तिस कंठ लावे, इहो बिरद सुआमी संदा। सत संगत दे विच बैठन लग्या ये अरदास करया करो, धन धन साहिब श्री गुरु ग्रंथ साहिब पिता जी, जिन्ना भी समा साडे ते तरस करन लगे हो ना, साडा एक एक सुआस जिहड़ा वो आप जी दे चरनां दे विच अर्पण हो जावे। बंदे दे हाथ दे विच नहीं कि मैं गुरु ग्रंथ साहब जी की हजूरी दे विच बैठ के किते 2 मिनट भी बाणी पढ़ सकां जां सुन सकां, नहीं। सतगुरु जी पावन बाणी दे विच कहंदे ने, हर का नाम सोई जन ले, कर किरपा नानक जिस दे। जे गुरु किरपा करे, गुरु बख्शिश करे, गुरु तरस करे, पर हैरानगी उदों हुंदी है जदों असीं पढ़दे हैं ना, सारे सारे सियाणे पुरख बैठे हो, सब सिखण को हुक्म है, गुरु मान्यो ग्रंथ,
गुरु ग्रंथ जी मान्यो प्रगट गुरां की देह। पर जिस दिन मनना शुरू करांगे ना, उस दिन साडे जीवन का आनंद कुछ होर ही होना है। गुरु की गोद दे विच बैठ के गुरु दे हो जाया करिए। 5 मिनट 7 मिनट 10 मिनट जिन्ना समा भी बैठे, क्योंकि ये घड़ियाँ जिहड़ियां सतसंगत दियां ने ना, क्योंकि सतगुरु जी कहते हैं वड भागी हर संगत पावै, भागहीन भरम चोटां खावै, बिन भागां सतसंग न लभै, बिन संगत मैल भरीजै जियो। बंदा कई बारी जाता है ना, गुरु घर जाता है जां किसी समागम ते जाता है, बाहर 1 घंटे का समा बतीत करके आउंदा है, अंदर बैठन का 5 मिनट का भी हुक्म नहीं हुंदा। बिन भागां सतसंग न लभै, बिन संगत मैल भरीजै जियो। ते आओ मैं पहलां भी बेनती कीती सी, दुनियावी तौर पर परिवार के नाल दुख साझा करन आस्ते आए हैं, पर उस तो वड्डी जिम्मेवारी साडी की बनती है, संगती रूप दे विच एकत्र होके अरदास। ते आओ जिस अस्थान तो आए हैं ना, जिस अस्थान नूं गुरु साहब जी ने कह दिता डिठे सभे थाव नहीं तुद जिहिया, ते जिसने भी भावना दे नाल गुरु रामदास महाराज जी के चरणों च निमाणे होकर बेनती की है ना, तो गुरु रामदास महाराज ने उन्होंने दियां झोलियां भर दित्तियां ने। ते आओ सारे प्यार दे नाल ये अरदास करिए, सच्चे पातशाह सेवक परिवार ते किरपा है, क्योंकि इन्ने इकट्ठ तो आपां नूं पता लगता है गुरु ग्रंथ साहब जी के चरणों के नाल जुड़े ने। इस तरह ही सेवक परिवार नूं जोड़ी रखना, ते माता जी हुणां नूं गुरु रामदास महाराज अपने चरणों के विच निवास बख्शिश करना, शब्द के नाल जुड़ना करिए। एक उत्तम पंथ सुनियो गुर संगत, तेह मिलंत जम त्रास मिटाई, एक अरदास पाठ कीर्त की गुरु रामदास, राखो सरनाई। सारी संगत करो कृपा। गुरु रामदास राखो सरनाई, गुरु रामदास राखो सरनाई, गुरु रामदास राखो सरनाई, गुरु रामदास राखो सरनाई। हम अवगुण भरे एक गुण नाही, अमृत छाड़ बिखै बिख खाई, अमृत छाड़ बिखै बिख खाई। माया मोह परम पै पूले, सुत दारा स्यों प्रीत लगाई, सुत दारा स्यों प्रीत लगाई। एक उत्तम पंथ सुनियो गुर संगत, एह मिलंत जम त्रास मिटाई, एह मिलंत जम त्रास मिटाई। एक अरदास पाठ कीरत की, गुरु रामदास राखो सरनाई, गुरु रामदास राखो सरनाई। हम अवगुण परे एक गुण नाही, अमृत छाड़ बिखै बिख खाई। समुद सागर नीर भरिया, केते अवगण हमारे, दया करो किछ मेहर पावो, डुब दे पत्थर तारे। हम अवगुण भरे एक गुण
घेरिया तेते गणो असंख अवगण मेरेया हम अवगुण परे एक गुण नाही लेख कत है ना छूटिए खिन खिन पूलन हार बख्शण हार बख्श ले नानक पार उतार हम अवगुण परे एक गुण नाही असी खदे बहुत कमावंदे अंत न पारावार हर कृपा करके बख्श ले हो पापी वड गुनहगार हो पापी वड गुनहगार हो पापी वड गुनहगार गुरु रामदास राखो सरनाई गुरु रामदास राखो सरनाई राखो सरनाई राखो सरनाई राखो सरनाई राखो सरनाई मुझ बिन कवन हमारा मेरे प्रीतम प्राण आधारा तुझ बिन कवन हमारा मेरे प्रीतम प्राण आधारा राखो सरनाई राखो सरनाई राखो सरनाई राखो सरनाई गुरु रामदास 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 राखो सरनाई आओ 2-4 मिनट की हाजरी होर हुक्म होया पावन शब्द दा ते आओ गुरु की संगत अरदास करिया करिए यही कि साडी भावना ये बन जावे सिख मत सब बुद्ध तुम्हारी मंदिर छावां तेरे तुझ बिन अवर ना जाना मेरे साहिबा गुण गावां नित तेरे। ते आओ पावन शब्द दे नाल जुड़ना करिए उठदियां बहदियां सुत्तियां सदा सदा हर नाम ध्याइए। आओ सारी संगत करो कृपा। उठदियां बहदियां सुत्तियां सदा सदा हर नाम ध्याइए। सदा सदा हर नाम ध्याइए। जन नानक गुरमुख हर रहिए। जन नानक गुरमुख हर रहिए। गुरमुख हर रहिए। गुरमुख हर रहिए। उठदियां बहदियां सुत्तियां उठदियां बहदियां सुत्तियां
ਸਦਾ ਹਰ ਨਾਮ ਧਿਆਈਐ ਸਦਾ ਸਦਾ ਹਰ ਨਾਮ ਧਿਆਈਐ। सब करता कोई दूजा होए सो अवरो कहिए हर आपे बोले आप बुलावे हर आपे जल थल रव रहिए हर आपे हर आपे छोड़े मन हर सरणी पड़ रही है हर बिन कोई मार जिहाल ना सके मन होए न चिंद निसल होए रही है जन नानक गुरमुख हर लहिए जन नानक गुरमुख हर लहिए गुरमुख हर लहिए गुरमुख हर लहिए। बहंदिया सुतिया उठ गया बहंदिया सुतिया सदा सदा हर नाम ध्याइए सदा सदा हर नाम ध्याइए सदा सदा हर नाम सदा सदा हर नाम ध्याइए बिसरना ही दातार बिसरना ही दातार बिसरना ही दातार बिसरना ही दातार अपना नाम दे हो अपना नाम दे हो अपना नाम दे हो अपना नाम दे हो गुण गावा दिन रात गुण गावा दिन रात गुण गावा दिन रात गुण गावा दिन रात नानक चाओ ए हो नानक चाओ ए हो नानक चाओ ए हो नानक चाओ ए हो जन नानक गुरमुख हर लहिए जन नानक गुरमुख हर लहिए गुरमुख हर लहिए गुरमुख हर लहिए उठ गया बहंदिया सुतिया उठ गया बहंदिया सुतिया सदा सदा हर नाम ध्याइए सदा सदा हर नाम ध्याइए सदा सदा हर नाम ध्याइए। ਧਰਮ ਕਾ ਜੈ ਜੈਕਾਰ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਕੇ ਰਾਖੇ ਆਪ
अकाल पुरख वाहेगुरु। हे निमाणिया के मान सतगुरु, ने ताणिया के ताण, ने आसरिया के आसरे। धन धन श्री गुरु ग्रंथ साहिब महाराज सच्चे पातशाह जीओ। आप जी दे दर करदे सेवक मानयोग सत्कारयोग बीबी गुरमीत कौर जी, जो आप जी तो सवासां रूपी पूंजी लैके इस मातलोक की यात्रा ते आए सन। आप जी दे सदे अनुसार परलोक गमन कर गए। पिछों परिवारां ने मिल जुल के विछड़ी हुई रूह आत्मा के भले वास्ते, आत्मिक शांति वास्ते अपने गृह विखे रखे हुए श्री अखंड पाठ साहिब दे भोग पवाकर धन धन श्री गुरु ग्रंथ साहिब महाराज सच्चे पातशाह जी की पावन हजूरी विच धन धन महापुरख संत प्रताप सिंह जी महाराज बाबा जी कार वालियां दे अस्थान ते विछड़ी हुई रूह आत्मा के भले वास्ते कीर्तन कथा विचारां आनंद साहिब 6 पौड़ियां दे जाप होए ने। आप जी के दासरियां तो बाणी पढ़द्यां दर्शन दीदारे करद्यां होईयां भुल्लां गलतियां खिमा करियो। अगे तो चेता सुधार बख्शिश करवाना जी। ये पढ़ी सुनी गुरबाणी दा फलादेश विछड़ी हुई रूह आत्मा दा भला करना, अपने चरनां 'च अपनी संगत 'च निवास बख्शिश करना, पिछे परिवार नूं भाणा मनण दा बल बख्शिश करना, घर परिवारां ਵਿੱਚ सुख शांति नाम की दात बख्शिश करनी जी। सेवक परिवारां ਵੱਲੋਂ गुरु पातशाह जी आप जी की पवित्र गुरबाणी नूं रमाले सुभाएमान कीते हैं, आप अंगीकार करने। सतगुरु जी सेवकां नूं असीस बख्श के निहाल करना जी। गुरु पातशाह आप जी दे दर ते पवित्र कड़ाह प्रसादियां देगां सज के हाजिर होईयां हन। दर प्रवान होवन प्रवान होए सीत प्रसाद, संगत विच वरतान दी आग्या बख्शिश करो जो जीव शकन। सतनाम वाहिगुरु आप जी का नाम जपन करन। गुरु गरीब बनवास सच्चे पातशाह आप जी दियां बख्शिश कीतियां होईयां दातां विचों खावो खर्चो रल मिल पाई, टोट ना आवा वादो जाई दे महावाका अनुसार गुरु के लंगर सज के हाजिर हुए हैं। दर प्रवान होवन प्रवान होए सीत प्रसाद गुरु के लंगर, संगतां विच वरतान की आग्या बख्शिश करनी। शक दे शकौदियां दे सिर ते मेहर भरिया हथ रखना, दरों करों सीस बख्शिश करनी जी। करो किरपा पवित्र हुक्मनामे बख्श के संगतां नूं करो निहाल, जो जी आप जी के दर आवै सो राजी जावै, सुख होवै नाम चेतावै, नानक नाम चढ़दी कला तेरे भाणे सरबा। वाहिगुरु जी का खालसा वाहिगुरु जी की फतेह। बोले सो निहाल। वाहिगुरु जी का खालसा वाहिगुरु जी की फतेह। सतनाम श्री वाहिगुरु साहब जी। तनासरी महला चौथा। हम अंधले अंध बिखे बिखराता, क्यों चाले गुर चाली। सतगुर दया करे सुख दाता, हम लावे आपन पाली। हम अंधले अंध बिखे बिखराता, क्यों चाले गुर चाली। सतगुर दया करे सुख दाता, हम लावे आपन पाली। गुर सिख मीता चलो गुर चाली, जो गुरु कहे सोई भल मानो। हर हर कथा निराली रहाओ, हर के संत सुनो जन भाई। गुर सेवो बेग बगाली, सतगुर सेव खर्च हर बंदो। मत जानो आज के गाली, हर के संत जपो हर जपना। हर संत चले हर नाली, जिन हर जपया से हर होए। हर मिलिया केल गलाली, हर हर जपन जप लोचल जानी। हर कृपा कर बनवाली, जन नानक संगत साध हर मेलो। हम साध जना बगराली, हर हर जपन जप लोचल जानी। हर कृपा कर बनवाली, जन नानक
सा संगत साध हर मिलो हम साध जना पगराली। वाहिगुरु जी का खालसा वाहिगुरु जी की फतेह। तनाछरी महला चौथा। हम अंधले अंध बिखे बिखराते क्यों चाले गुर चाली। सतगुर दया करे सुखदाता हम लावे आपन पाली। वाहिगुरु जी का खालसा वाहिगुरु जी की फतेह। ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਆਇਆ ਸੋ ਚੱਲ ਸੀ ਸਭ ਕੀ ਆਈ ਵਾਰੀਆ। ਜਿਸ ਇਨਸਾਨ ਨੇ ਜਨਮ ਲੈਣਾ ਉਹਨੇ ਇੱਥੋਂ ਜਾਣਾ, ਪਰ ਉਹਦੇ ਕੀਤੇ ਹੋਏ ਕਰਮ ਹਮੇਸ਼ਾ ਯਾਦ ਰਹਿੰਦੇ ਨੇ। ਮਾਤਾ ਜੀ ਨੇ ਆਪਣੇ ਪਰਿਵਾਰ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਬਹੁਤ ਮਿਹਨਤ ਕੀਤੀ। उस मेहनत का फल आ कि ये परिवार अज इस इलाके का नामवर परिवार बन गया। बच्चों नूं चंगी विद्या दी, सख्त मेहनत करन दी हिदायत की ते इस परिवार ने अपना इलाके विच नां जिहड़ा वो पैदा किया। हुण मैं बेनती करदा सरदार गुरिंदर सिंह जी शामपुरा साबका श्रोमणी कमेटी मैंबर, उन्हां दा भी इस परिवार नाल काफ़ी मोह आ। मैं उन्होंने बेनती करदा कि बहुत थोड़े समय लिए वो माता जी नूं शरधा दे फुल भेंट करन। सरदार गुरिंदर सिंह जी शामपुरा। जोगो जोग टल साहिब श्री गुरु ग्रंथ साहब महाराज जी हूरी विच सत्कारयोग माता जी जो सरीरक विछोड़ा दे गए हैं, उन्हां दी रूह की कल्याणता वास्ते, आत्मक शांति वास्ते अरदास बेनती जोदड़ी करन वास्ते पहुंची परम सत्कारयोग साध संगत जीओ। गुरु फतेह प्रवान करो। वाहिगुरु जी का खालसा वाहिगुरु जी की फतेह। हुणे भाई साहब ने एक शब्द पढ़िया सी जिहड़ा तुसीं सरवण कीता, जिसकी वस्त सोई लै जाएगा रोस किसी से कीजे। इन्हां शब्दां दी विचार कीती जावे तो सानूं समझ आ जाती है। हुण रोस किहदे नाल करिए, गिला किहदे नाल करिए। मनुख जिहड़ा जीव जन्म लै करके आउंदा है, उसका भेजिया होया आउंदा है, उसके हुक्म मुताबिक ही चला जाता है। फिर गिला किहदे नाल कीता जावे। फिर जे अगे विचार कीती जावे तो गुरु ग्रंथ साहिब जी फरमान करदे हैं, जैसे बोए करसान करसानी काची पाकी बाड़ प्राणी। एक किसान अपनी फसल का मालक है, वो कच्ची वढ़ लवे पक्की वढ़ लवे, उन्होंने कोई रोक नहीं सकता। ये सृष्टि रूपी फसल है ना जिहड़ी असीं अकाल पुरख दी हां, सानू बचपन में लै जाए, जवानी में लै जाए, बुढ़ापे में लै जाए, ये उस मालक के हत्थ है। साडे वस में कोई भी गल नहीं। ये उस अकाल पुरख की है मौज, जदों मर्जी लै जाए। फिर गुरबाणी सानू हमेशा सुचेत करती है। कबीर साहब का पावन शब्द है, जिसकी विचार की जाए सानू बहुत समझ आ देती। कबीर पड़ोसी के जो हुआ तू अपने भी जान। यह मनुख अवेसला ना हो, जिहड़ी मौत गुआढ़ी का दरवाज़ा लंघ के गई है, उन्हें तेरे घर का दरवाज़ा जरूर लंघना। ये अटल है तो मौत अटल सच्चाई है। हालांकि जदों ऐसा वापर जाता है, समा बहुत संकोच के मैं 2-3 मिनट ही लवांगा, भाजी ने हुक्म कर दिता है, विस्तार में जाने का समा नहीं। हालांकि ये अटल सच्चाई है, मरना सारे है, भोग तो हर किसी का पैना है। हर मनुख नूं शायद मौत 2 वार जरूर चेते आ जाती है। एक शमशान घाट वाले दिन जिदण उत्थे जाईदा है, तो दूजा अज भोग वाले दिन। इस तो बाद कदी किसी नूं मौत चेते नहीं आई।
ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਿਰਫ ਸਾਨੂੰ ਜੇ ਵਿਸਰਿਆ ਹੈ ਤਾਂ ਉਹ ਮਰਨਾ ਹੀ ਵਿਸਰਿਆ ਹੈ। ਖਾਣ ਪੀਣ ਹੱਸਣ ਸੌਣ ਦਾ ਸਾਨੂੰ ਸਾਰਾ ਪਤਾ ਹੈ। ਅਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਨੇ, ਇਹ ਮਨੁੱਖ ਇਹ ਪ੍ਰਾਣੀ ਤੋਂ ਆਇਆ ਲਾਹਾ ਲੈਣ, ਆਇਆ ਤੇ ਕੋਈ ਲਾਭ ਪ੍ਰਾਪਤ ਕਰਦੇ, ਲੱਗਾ ਕਿਤ ਕਪੜੇ ਸਭ ਮੁੱਕਦੀ ਚੱਲੀ ਰਹਿਣ। ਤੂੰ ਇਹ ਝੂਠੇ ਸੰਸਾਰ ਨਾਲ ਵਾਹ ਪਾ ਲਿਆ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਨਾਨਕ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ। ਤੇਰੀ ਦੋਸਤੀ ਰਿਸ਼ਤੇਦਾਰੀ ਮਿੱਤਰਤਾ ਕਿਸੇ ਨਾਲ ਪੱਕੀ ਨਹੀਂ ਹੈ, ਇਹ ਸਾਰੇ ਹੀ ਚੱਲਣ ਨਾਸਵਾਨ ਹਨ। ਪਰ ਸੰਸਾਰ ਦੀਆਂ ਮੋਹ ਦੀਆਂ ਤੰਦਾਂ ਹੈ, ਇਸ ਤੋਂ ਅਸੀਂ ਦੂਰ ਵੀ ਨਹੀਂ ਜਾ ਸਕਦੇ। ਜਿੱਥੋਂ ਤੱਕ ਮਾਂ ਦੇ ਰਿਸ਼ਤੇ ਦਾ ਸਵਾਲ ਹੈ, ਮੈਂ ਇਤਿਹਾਸ ਵਿੱਚ ਇੱਕ ਜਗ੍ਹਾ ਉੱਤੇ ਪੜ੍ਹਿਆ ਹੈ, ਮਹਾਰਾਜਾ ਰਣਜੀਤ ਸਿੰਘ ਦਾ ਆਪਣੀ ਮਾਂ ਨਾਲ ਬਹੁਤ ਪਿਆਰ ਸੀ। ਜਦੋਂ ਰਾਜ ਤਿਲਕ ਗੱਦੀ ਮਿਲੀ ਮਹਾਰਾਜਾ ਰਣਜੀਤ ਸਿੰਘ ਨੂੰ, ਤੇ ਪਹਿਲਾਂ ਸਭ ਤੋਂ ਆਪਣੀ ਮਾਂ ਨੂੰ ਮਿਲਣ ਵਾਸਤੇ ਗਏ, ਅਤੇ ਮਾਂ ਨੇ ਜਿਸ ਜਗ੍ਹਾ 'ਤੇ ਬਿਠਾਇਆ ਉਹ ਜਗ੍ਹਾ ਥੋੜ੍ਹੀ ਗਿੱਲੀ ਸੀ। ਗਿੱਲੀ ਜਗ੍ਹਾ 'ਤੇ ਥੋੜ੍ਹਾ ਜਿਹਾ ਬਿਠਾਇਆ। ਮਹਾਰਾਜਾ ਸਾਹਿਬ ਨੂੰ ਲੱਗਾ ਪਤਾ ਵੀ ਜਗ੍ਹਾ ਗਿੱਲੀ ਆ, ਤਾਂ ਮਾਂ ਨੂੰ ਕਹਿਣ ਲੱਗੇ, ਮਾਤਾ ਜੀ ਇਸ ਤਰ੍ਹਾਂ ਆ, ਮਾਂ ਪੁੱਤ ਦਾ ਮਜ਼ਾਕ ਨਹੀਂ ਚੰਗਾ, ਇਹ ਤੁਸੀਂ ਕੀ ਕੀਤਾ, ਮੈਨੂੰ ਗਿੱਲੀ ਜਗ੍ਹਾ 'ਤੇ ਬਿਠਾਤਾ। ਤਾਂ ਮਾਂ ਨੇ ਸਿੱਖਿਆ ਦਿੱਤੀ, ਰਣਜੀਤ ਸਿੰਘ ਅੱਜ ਤੋਂ ਤੂੰ ਦੇਸ਼ ਪੰਜਾਬ ਦੀ ਮਾਂ ਬਣ ਚੁੱਕਾ ਹੈ। ਇਹ ਜਿਹੜੀ ਰਾਜ ਸੱਤਾ ਤੈਨੂੰ ਮਿਲੀ ਹੈ ਨਾ, ਜਿਸ ਦੇਸ਼ ਦਾ ਤੂੰ ਰਾਜਾ ਬਣਿਆ ਹੈ, ਇਹ ਸਾਰੀ ਜਿਹੜੀ ਪਬਲਿਕ ਹੈ, ਸਾਰੇ ਲੋਕ ਹੈ, ਇਹਨਾਂ ਦੀ ਤੂੰ ਮਾਂ ਹੈ। ਹੁਣ ਇਹਨਾਂ ਨੂੰ ਸੁੱਖ ਦੇਣਾ ਤੇਰਾ ਫਰਜ਼ ਹੈ। ਮਾਂ ਦੀ ਸਿੱਖਿਆ ਵੇਖੋ ਕਿੱਡੀ ਮਹਾਨ ਸੀ, ਅਤੇ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਕੇ ਵਿਖਾਇਆ ਸ਼ਾਇਦ ਕੋਈ ਦੁਨੀਆ 'ਤੇ ਨਹੀਂ ਕਰ ਰਿਹਾ। ਤੋ ਮਾਂ ਦੇ ਰਿਸ਼ਤੇ ਪ੍ਰਤੀ ਤੇ ਮਾਂ ਦੀ ਦੇਣ ਕੋਈ ਵੀ ਨਹੀਂ ਦੇ ਸਕਦਾ। ਇਹੀ ਮਾਂ ਆ ਜਿਹੜੀ ਆਪ ਗਿੱਲੀ ਜਗ੍ਹਾ 'ਤੇ ਰੱਖ ਕੇ ਬੱਚੇ ਨੂੰ ਸੁੱਕੀ ਜਗ੍ਹਾ 'ਤੇ ਪਾਉਂਦੀ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਬੜੀਆਂ ਦੋ ਸੁੰਦਰ ਲਾਈਨਾਂ ਮਾਂ ਪ੍ਰਤੀ ਲਿਖੇ ਹਨ। ਮਾਂ ਵਰਗਾ ਕਣ ਸ਼ਾਮਾਂ ਬੂਟਾ ਮੈਨੂੰ ਨਜ਼ਰ ਕਿਤੇ ਨਾ ਆਵੇ, ਜਿਸ ਤੋਂ ਲੈ ਕੇ ਛਾਂ ਆਧਾਰੀ ਰੱਬ ਨੇ ਸਵਰਗ ਬਣਾਏ। ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਕਬਲਾਵਣ, ਪਰ ਮਾਂ ਇੱਕ ਐਸਾ ਬੂਟਾ ਫਲ ਸੁੱਕਿਆਂ ਕਮਲਾਵੇ। ਮਾਂ ਦੇ ਪਰਿਵਾਰ ਨੂੰ ਜਦੋਂ ਕੋਈ ਕਸ਼ਟ ਪਹੁੰਚਦਾ ਹੈ ਨਾ ਬੱਚਿਆਂ ਨੂੰ, ਫਿਰ ਮਾਂ ਦਾ ਬੂਟਾ ਜਿਹੜਾ ਹੈ ਉਹ ਸੁੱਕਦਾ ਹੈ, ਉਹਨੂੰ ਕਸ਼ਟ ਆਉਂਦਾ ਹੈ। ਤੋ ਮਾਂ ਦਾ ਦੇਣ ਦਿੱਤਾ ਨਹੀਂ ਜਾ ਸਕਦਾ। ਇਸ ਪਰਿਵਾਰ ਨਾਲ ਮੇਰਾ ਵਾਹ 1995 ਦਾ ਪਿਆ, 27 ਕੁ ਸਾਲ ਹੋ ਗਿਆ ਸਾਨੂੰ ਮਿਲਦਿਆਂ ਵਰਤਦਿਆਂ ਨੂੰ। ਅਤੇ ਭਾਜੀ ਨੇ ਠੀਕ ਹੀ ਕਿਹਾ, ਭਾਜੀ ਦਇਆ ਸਿੰਘ ਨੂੰ, ਸ਼ਾਇਦ ਇਹਦੇ ਪਿੱਛੇ ਵੀ ਇਹ ਪਰਿਵਾਰ ਜੇ ਨਾਮਵਰ ਪਰਿਵਾਰ ਅੱਜ ਇਲਾਕੇ ਦਾ ਖੁੰਦਾ ਹੈ, ਅਤੇ ਉਹਦੇ ਪਿੱਛੇ ਵੀ ਸਾਡੇ ਸਤਿਕਾਰਯੋਗ ਮਾਤਾ ਜੀ ਦਾ ਬਹੁਤ ਵੱਡਾ ਯੋਗਦਾਨ ਹੋਏਗਾ। ਮਿੱਠ ਬੋਲੜੇ ਸੁਭਾਅ ਦੇ ਨੇ ਸਾਰੇ, ਡਾਕਟਰ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਹੁਣੀ ਸਾਰੇ ਭਰਾ, ਕੋਈ ਹਉਮੈ ਹੰਕਾਰ ਨਹੀਂ ਹੈ। ਜਿਸ ਤਰ੍ਹਾਂ ਕਬੀਰ ਸਾਹਿਬ ਦਾ ਇੱਕ ਪਾਵਨ ਸ਼ਬਦ ਹੈ ਨਾ, ਮੈਂ ਕਹਿੰਦਾ ਪਰਿਵਾਰ ਜਿਹਨੂੰ ਵੀ ਕੋਈ ਪ੍ਰਮਾਤਮਾ ਬਖਸ਼ਿਸ਼ ਕਰਦਾ, ਉਹਨੂੰ ਹਉਮੈ ਹੰਕਾਰ ਤੋਂ ਬਿਲਕੁਲ ਪਾਸੇ ਰਹਿਣਾ ਚਾਹੀਦਾ। ਕਦੀ ਵੀ ਮਨ 'ਚ ਵਿਚਾਰ ਨਹੀਂ ਕਰਦੀ ਚਾਹੀਦੀ, ਭਾਵੇਂ ਉਹ ਜਾਇਦਾਦ ਹੈ, ਭਾਵੇਂ ਕੋਈ ਰਾਜਨੀਤਿਕ ਅਹੁਦਾ ਹੈ, ਸਭ ਪਰਮੇਸ਼ਰ ਦੇ ਹੁਕਮ 'ਚ ਹੈ। ਤੋ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਈ, ਅਜੋ ਸੁਨਾਓ ਸਮੁੰਦਰ ਮੇਂ ਕਿਆ ਜਾਣੋ ਕਿਆ ਹੋਏ। ਇਹ ਮਨੁੱਖ ਇੱਕ ਗੱਲ ਯਾਦ ਰੱਖ, ਤੇਰੇ ਕੋਲ ਜੋ ਕੁਝ ਵੀ ਹੈ ਉਹ ਪ੍ਰਮਾਤਮਾ ਦੀ ਬਖਸ਼ਿਸ਼ ਹੈ। ਅਤੇ ਹਾਲਤ ਤੇਰੀ ਕਿਸ ਤਰ੍ਹਾਂ ਦੀ ਹੈ? ਜਿਸ ਤਰ੍ਹਾਂ ਇੱਕ ਸਮੁੰਦਰ ਵਿੱਚ ਬੇੜੀ ਰੁੜੀ ਜਾ ਰਹੀ ਹੈ, ਪਤਾ ਨਹੀਂ ਅਗਲੇ ਕੰਢੇ ਲੱਗਣੀ ਹੈ ਕਿ ਨਹੀਂ। ਅਜੂ ਸੁਨਾਓ ਸਮੁੰਦਰ ਮੇਂ ਕਿਆ ਜਾਣੋ ਕਿਆ ਹੋਏ, ਤੈਨੂੰ ਕੋਈ ਪਤਾ ਨਹੀਂ। ਅੱਜ ਸਮਾਂ ਘਰ ਗਰੀਬੀ ਹੈ, ਕੱਲ੍ਹ ਨੂੰ ਅਮੀਰੀ ਆ ਸਕਦੀ ਹੈ, ਅੱਜ ਅਮੀਰੀ ਹੈ ਕਿਤੇ ਗਰੀਬੀ ਵੀ ਆ ਸਕਦੀ ਹੈ। ਤੋ ਮੇਰਾ ਕਹਿਣ ਤੋਂ ਭਾਵ ਹੈ ਕਿ ਪ੍ਰਮਾਤਮਾ ਦੇ ਭੌ 'ਚ ਰਹਿ ਕੇ ਡਰ ਕੇ ਜ਼ਿੰਦਗੀ ਬਤੀਤ ਕਰ। ਸੋ ਉਸ ਸਤਿਕਾਰਯੋਗ ਮਾਤਾ ਜੀ ਦੀ ਸਿੱਖਿਆ ਸੀ ਇਸ ਪਰਿਵਾਰ ਨੂੰ। ਕਦੀ ਇਹ ਪਰਿਵਾਰ ਨੂੰ ਮੈਂ ਹਉਮੈ ਹੰਕਾਰ ਕਰਦਾ ਨਹੀਂ ਵੇਖਿਆ, ਕਦੀ ਆਪਣੀ ਜਾਇਦਾਦ ਦਾ ਨਹੀਂ ਕਰਦਾ ਵੇਖਿਆ, ਕਦੀ ਪ੍ਰਭੂ ਸੱਤਾ ਦਾ ਨਹੀਂ, ਜਾਂ ਕਦੀ ਮੇਲ ਮਿਲਾਪ ਦਾ ਨਹੀਂ। ਹਾਲਾਂਕਿ ਇਸ ਪਰਿਵਾਰ ਦੇ ਰਿਸ਼ਤੇ ਨਾਤੇ ਬਹੁਤ ਚੰਗੀ ਜਗ੍ਹਾ 'ਤੇ ਹਨ, ਬਹੁਤ ਨਾਮਵਰ ਪਰਿਵਾਰ ਹੈ। ਤਾਂ ਗੁਰੂ ਕਿਰਪਾ ਕਰੇ, ਮੇਰੇ ਵਰਗੇ ਨਾਚੀਜ਼ ਬੰਦੇ ਨੇ ਕੀ ਸ਼ਰਧਾਂਜਲੀ ਦੇਣੀ ਹੈ, ਸਮਾਂ ਇਜਾਜ਼ਤ ਵੀ ਨਹੀਂ ਦਿੰਦਾ। ਸਾਨੂੰ ਸਤਿਗੁਰ ਨੇ ਹੁਕਮ ਕੀਤਾ ਹੈ ਭਾਣਾ ਮੰਨਣ ਦਾ, ਤੋ ਭਾਣਾ ਮੰਨਣ ਦਾ ਉਪਦੇਸ਼ ਹੈ ਸਤਿਗੁਰ ਦਾ। ਹਾਲਾਂਕਿ ਸੰਸਾਰ ਦੇ ਵਿੱਚ ਵੇਖਿਆ ਜਾਏ ਅਤੇ ਭਾਣਾ ਮੰਨਣਾ ਜਿਹੜਾ ਸਭ ਤੋਂ ਔਖਾ ਹੈ ਗ੍ਰਸਤ ਜੀਵਨ ਵਿੱਚ, ਪਰ ਗੁਰੂ ਸਾਹਿਬ ਨੇ ਮੰਨ ਕੇ ਵਿਖਾਇਆ। ਰਾਮ ਜੀ ਨੂੰ ਉਹਨਾਂ ਦੇ ਬਾਪ ਦਸ਼ਰਥ ਨੇ 14 ਸਾਲ ਦੀ ਸਜ਼ਾ ਦਿੱਤੀ ਸੀ, ਅਜੇ ਥੋੜ੍ਹਾ ਜਿਹਾ ਦੂਰ ਮਹਾਲ ਤੋਂ ਗਏ ਸੀ ਅਯੁੱਧਿਆ 'ਚੋਂ। ਦਸ਼ਰਥ ਨੇ ਇਸੇ ਗਮ ਵਿੱਚ ਪ੍ਰਾਣ ਤਿਆਗ ਦਿੱਤੇ। ਉਮਰ ਵਡੇਰੀ ਹੈ, ਨਾ ਜਾਣੇ ਮੈਨੂੰ ਪੁੱਤਰ ਦੇ ਬਾਅਦ ਵਿੱਚ ਦਰਸ਼ਨ ਹੋ ਸਕਣਗੇ ਕਿ ਨਹੀਂ, ਇਸੇ ਗਮ ਵਿੱਚ ਹੀ ਰਾਜੇ ਦਸ਼ਰਥ ਨੇ ਪ੍ਰਾਣ ਤਿਆਗ ਦਿੱਤੇ। ਹਾਲਾਂਕਿ ਰਾਮ ਚੰਦਰ ਨੂੰ ਦੁਨੀਆ ਭਗਵਾਨ ਕਹਿ ਕੇ ਪੂਜਦੀ ਹੈ।
ਇੱਕ ਹੋਰ ਪੈਗੰਬਰ ਹੈ, ਜਦੋਂ ਉਹਨੂੰ ਆਪਣੇ ਬੱਚੇ ਦੀ ਕੁਰਬਾਨੀ ਵਾਸਤੇ ਕਿਹਾ ਗਿਆ ਤਾਂ ਉਹਨੇ ਵੀ ਕਿਹਾ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ, ਮੈਂ ਆਪਣੇ ਪੁੱਤਰ ਦੀ ਗਰਦਨ ਤੇ ਛੁਰੀ ਨਹੀਂ ਚਲਾ ਸਕਦਾ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਰਬੰਸ ਵਾਰਨ ਤੋਂ ਬਾਅਦ ਵੀ ਉਹਨਾਂ ਇੱਕ ਸੁੱਖ ਮੰਗੀ ਹੈ। ਸਾਹਿਬਜ਼ਾਦੇ ਬਾਰੇ ਸਰਬੰਸ ਵਾਰਿਆ, ਆਨੰਦਪੁਰ ਸਾਹਿਬ ਛੱਡਿਆ, ਇਤਿਹਾਸ ਮੇਰਾ ਹੈ, ਮੈਂ ਉਸ ਪਾਸੇ ਨਾ ਜਾਵਾਂ। ਪਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿ ਦੇਣੀ ਚਾਹਾਂ ਕਿ ਜਦੋਂ ਮਤਾਵਾਂ ਦਾ ਅਖੀਰ ਵਿੱਚ ਮਿਲਾਪ ਹੋਇਆ ਨਾ ਦਮਦਮਾ ਸਾਹਿਬ ਵਿੱਚ, ਜਿਹਨੂੰ ਤਲਵੰਡੀ ਸਾਬੋ ਵੀ ਕਿਹਾ ਜਾਂਦਾ ਹੈ, ਅਤੇ ਮਾਤਾ ਜੀ ਹੁਣਾਂ ਭਾਈ ਮਨੀ ਸਿੰਘ ਨਾਲ ਮਿਲਾਪ ਹੋਇਆ ਉੱਥੇ, ਤਾਂ ਸਾਹਿਬ ਨੂੰ ਪੁੱਛਦੇ ਆ ਆਪਣੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਅਤੇ ਗੁਰੂ ਸਾਹਿਬਾਂ ਨੇ ਉਸ ਵੇਲੇ ਬੈਠੀ ਹੋਈ ਇਹੋ ਜਿਹੀ ਸੰਗਤ ਵਾਲੀ ਸ਼ਾਇਦ ਹੱਥ ਕਰਕੇ ਕਿਹਾ ਸੀ, ਇਨ ਪੁੱਤਰਨ ਪਰ ਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਅਸੀਂ ਉਸ ਗੁਰੂ ਨੂੰ ਮੰਨਣ ਵਾਲੇ ਲੋਕ ਹੈ। ਤੋ ਸਿਰ ਨਵਾ ਕੇ ਭਾਣਾ ਮੰਨਦੇ ਹਾਂ, ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰ। ਸਿਰ ਨਵਾ ਕੇ ਉਹਦਾ ਭਾਣਾ ਮੰਨਦੇ ਹਾਂ ਅਤੇ ਅਰਦਾਸ ਬੇਨਤੀ ਕਰਦੇ ਹਨ, ਗੁਰੂ ਸੱਚੇ ਪਾਤਸ਼ਾਹ ਸਾਡੇ ਸਤਿਕਾਰਯੋਗ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਇਹਨਾਂ ਕੋਈ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮਿੱਠੀ ਗੋਦ ਜੁੜ ਬੈਠੀ ਗੁਰੂ ਦੀ ਸਾਜੀ ਨਵਾਜੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਔਰ ਰਸਨਾ ਪਵਿੱਤਰ ਕਰੀਏ। ਫਤਿਹ ਦੀ ਸਾਂਝ ਪਾਈਏ, ਕੋ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਹਜਾਤੀ ਜਗ ਨਾ ਕੋਈ ਠਹਿਰ ਰਿਹਾ, ਜਿਸ ਆਸਣ ਹਮ ਬੈਠੇ ਕੇ ਬੈਸ ਗਿਆ। ਉਸ ਮਾਲਕ ਦਾ ਅਟਲ ਹੁਕਮ ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਮਾਲਕ ਦਾ ਭੇਜਿਆ ਜੀਵ ਇਸ ਧਰਤੀ 'ਤੇ ਆਉਂਦਾ, ਮਾਲਕ ਬੁਲਾਵਾ ਭੇਜਦਾ, ਫਿਰ ਇਸ ਧਰਤੀ ਤੋਂ ਜਾਣਾ ਪੈਂਦਾ। ਮੌਤ ਕਿਵੇਂ ਆਉਣੀ ਹੈ, ਕਿੱਥੇ ਆਉਣੀ ਹੈ, ਇਸ ਦਾ ਕਿਸੇ ਨੂੰ ਕਾਰਨ ਪਤਾ ਨਹੀਂ। ਕਿਆ ਜਾਨਾ ਕਿ ਮਰੇਂਗੇ, ਕੈਸਾ ਮਰਨਾ ਹੋਏ। ਪਰ ਅਗਲੀ ਪੰਕਤੀ ਮਾਲਕ ਨੇ ਕਹੀ, ਜੇਕਰ ਸਾਹਿਬ ਮਨੋ ਨਾ ਵੀਸਰੇ ਤਾਂ ਸਹਿਲਾ ਮਰਨਾ ਹੋਏ। ਮੌਤ ਸਖਾਲੀ ਹੋ ਸਕਦੀ ਹੈ। ਜੇ ਉਸ ਮਾਲਕ ਦੇ ਨਾਮ ਨਾਲ ਜੀਵ ਜੁੜਿਆ ਹੈ, ਜੇ ਸੰਸਾਰ 'ਚ ਵਿਚਰ ਕੇ ਲੋਕਾਂ ਦੀ ਸੇਵਾ ਕੀਤੀ ਹੈ, ਮੌਤ ਤੇ ਆਉਣੀ ਹੈ, ਪਰ ਜਮਾਂ ਦੀ ਮਾਰ ਤੋਂ ਬਚਿਆ ਜਾ ਸਕਦਾ। ਮਾਲਕ ਨੇ ਜੀਵ ਨੂੰ ਇਸ ਧਰਤੀ ਤੇ ਭੇਜਣ ਤੋਂ ਪਹਿਲਾਂ ਸਮਾਂ ਨਿਸ਼ਚਿਤ ਕੀਤਾ। ਮੌਤ ਪਹਿਲਾਂ ਲਿਖੀ ਹੈ, ਮਰਨ ਲਿਖਾਏ ਮੰਡਲ ਮੇ ਆਏ। ਜਿੱਥੇ ਮੌਤ ਮਾਲਕ ਨੇ ਲਿਖੀ, ਉੱਥੇ ਇਸ ਸਰੀਰ ਨੂੰ ਜੀਵਨ ਦਿੱਤਾ, ਜੋਤ ਰੱਖੀ ਹੈ ਸਰੀਰ ਵਿੱਚ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਕਦੀ ਮਾਲਕ ਨੇ ਸਰੀਰ ਨੂੰ ਨਹੀਂ ਖੜਿਆ। ਜਦੋਂ ਸੁਨੇਹਾ ਭੇਜਦਾ ਹੈ, ਮਾਲਕ ਆਪਣੀ ਜੋਤ ਨੂੰ ਸੁਨੇਹਾ ਭੇਜਦਾ। ਉਹ ਜੋਤ ਕਿੰਨਾ ਚਿਰ ਸਰੀਰ ਵਿੱਚ ਰਹੀ ਹੈ, 1 ਸਾਲ ਰਹੀ ਹੈ, 100 ਸਾਲ ਰਹੀ ਹੈ। ਉਹ ਜੋਤ ਕਦੀ ਪਰਿਵਾਰ ਦੇ ਜੀਆਂ ਨਾਲ ਮਤਾ ਨਹੀਂ ਪਕਾਉਂਦੀ, ਸਲਾਹ ਨਹੀਂ ਕਰਦੀ। ਆਈ ਆਗਿਆ ਪਿਰੋਂ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ। ਸਤਿਕਾਰਯੋਗ ਕਾਲੋਂ ਸਾਹਿਬ ਬੈਠੇ ਨੇ, ਸਰਕਾਰ ਦਰਬਾਰ ਵਿੱਚ ਕੋਈ ਪੰਚਾਇਤ ਦੇ ਸਰਪੰਚ ਸਾਹਿਬਾਨ ਬੈਠੇ ਨੇ, ਰੈਜੂਲੇਸ਼ਨ ਕੀਤੇ ਜਾਂਦੇ ਨੇ, ਪਰ ਇਸ ਮੌਤ ਦੇ ਅੱਗੇ ਕੋਈ ਰੈਜੂਲੇਸ਼ਨ ਨਹੀਂ। ਉਹ ਕਿਸੇ ਨਾਲ ਸਲਾਹ ਨਹੀਂ ਕਰਦੀ, ਸਰੀਰ ਨੂੰ ਛੱਡ ਕੇ ਚਲੇ ਜਾਂਦੀ ਹੈ। ਉਹੀ ਸਰੀਰ ਹੁੰਦਾ, ਉਹੀ ਪਰਿਵਾਰ ਦਾ ਜੀਅ ਹੁੰਦਾ। ਜਦੋਂ ਕਿਤੇ ਫੋਨ ਕੀਤਾ ਜਾਵੇ, ਅੱਗੋਂ ਆਵਾਜ਼ ਆਉਂਦੀ, ਗੱਲ ਬੜੀ ਮਾੜੀ ਹੋਈ ਹੈ, ਖੜਨਾ ਕਿੰਨੇ ਵਜੇ ਆ। ਜਿੰਨਾ ਚਿਰ ਸਵਾਸ ਨੇ ਉਹਨਾਂ ਚਿਰ ਪਰਿਵਾਰ ਦਾ ਬਹੁਤ ਸਤਿਕਾਰਯੋਗ ਜੀਅ ਹੈ। ਰੇ ਬੋਰੇ ਤੋਹੇ ਘੜੀ ਨਾ ਰੱਖਿਆ ਕੋਏ। ਜਦੋਂ ਸਵਾਸਾਂ ਰੂਪੀ ਜੋ ਸਰੀਰ 'ਚੋਂ ਨਿਕਲ ਜਾਂਦੀ ਹੈ, ਕੋਈ ਘੜੀ ਘਰ ਰੱਖਣ ਨੂੰ ਤਿਆਰ ਨਹੀਂ। ਇੱਕ ਦੱਜਾ, ਇੱਕ ਦੱਬੀਆ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚੋਂ ਸੱਟੀਆ, ਇੱਕ ਭੀ ਫਿਰ ਹੱਸਣ ਪਾਏ। ਨਾਨਕੇ ਨਾ ਜਾਪਈ ਕਿੱਥੇ ਜਾਏ ਸਮਾਏ। ਕੀ ਵਿੱਚੋਂ ਨਿਕਲਿਆ, ਕਿਸੇ ਨੇ ਸਾੜ ਦਿੱਤਾ, ਕਿਸੇ ਨੇ ਨੱਪ ਦਿੱਤਾ, ਕਿਸੇ ਨੇ ਪਾਣੀ ਵਿੱਚ ਸੁੱਟ ਦਿੱਤਾ। ਉਸ ਨਿਰੰਕਾਰ ਦੀ ਜੋਤ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਅਸੀਂ ਲਾਹਾ ਖੱਟਣ ਲਈ ਆਏ। ਲੱਗਾ ਕਿ ਤਖਬਕੜੇ ਸਭ ਮੁਕਦੀ ਚੱਲੀ ਰਹਿਣ, ਜੋ ਦਿਨ ਆਵੈ ਸੋ ਦਿਨ ਜਾਈ, ਕਰਨਾ ਕੂਚ ਰਹਿਣ ਥਰਨਾਈ, ਸੰਗ ਚਲਤਾ ਹੈ ਹੰਪੀ ਚਲਣਾ। ਮਤ ਭੁਲੇਖਾ ਹੋਵੇ ਸ਼ਾਇਦ ਮਾਤਾ ਜੀ ਤੁਰ ਗਏ ਨੇ, ਮਾਤਾ ਗੁਰਮੀਤ ਕੌਰ ਜੀ, ਤੇ ਹਾਣੀ ਜਾਣਾ। ਇਹ ਫੋਟੋ ਜਿਹੜੀ ਇਹਨਾਂ ਦੀ ਲੱਗੀ, ਸਾਡੀ ਵੀ ਲੱਗਣੀ ਹੈ। ਪਰ ਇੱਥੋਂ ਜੇ ਆਪਾਂ ਅੱਗਾ ਸਵਾਰ ਕੇ ਜਾਵਾਂਗੇ, ਫਿਰ ਜਮਾਂ ਦੀ ਮਾਰ ਨਹੀਂ ਖਾਣੀ ਪੈਣੀ। ਮੇਰੇ ਵਰਗੇ ਮੂਰਖ ਕਹਿੰਦੇ ਜੰਮ ਵੇਖੇ ਕਿੰਨੇ ਆ, ਪਰ ਗੁਰਬਾਣੀ ਨੇ ਸਮਝਾ ਕੇ ਕਿਹਾ, ਜੇ ਉਸ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ, ਮਨ ਕਹਾਂ ਬਸਾਰਿਓ ਰਾਮ ਨਾਮ, ਤਨ ਬਿਨਸੇ ਜਮ ਸਿਓ ਪਰੇ ਕਾਮ। ਇਹ ਜਗ ਧੂਏ ਕਾ ਪਹਾੜ, ਤਾਂ ਸਾਚਾ ਮਾਨਿਆ ਕਹਿ ਵਿਚਾਰ, ਧਨਦਾਰਾ ਸੰਪਤ ਗ੍ਰਹਿ,
ਕਿ ਸੰਗ ਨਾ ਚਾਲੈ ਸਮਝ ਲੈ, ਇੱਕ ਭਗਤ ਨਾਰਾਇਣ ਹੋਏ ਸੰਗ, ਕਹੋ ਨਾਨਕ ਭਾਈ ਤੰਗਰਾ। ਕੇਵਲ ਉਸ ਮਾਲਕ ਦਾ ਨਾਮ ਤੇਰਾ ਅੱਗੇ ਸਹਾਇਤਾ ਕਰ ਸਕਦਾ ਹੈ। ਨਾਵੇਂ ਮਹੱਲੇ ਦੇ ਸ਼ਲੋਕਾਂ 'ਚ ਭਾਈ ਸਾਹਿਬ ਨੇ ਸ਼ਲੋਕ ਪੜ੍ਹੇ ਨੇ, ਸੰਗ ਸਖਾ ਸਭ ਤਜ ਗਏ, ਕਹੋ ਨਾ ਨਿਭਿਓ ਸਾਥ, ਕਹੋ ਨਾਨਕ ਬਿਪਤ ਮੈਂ ਟੇਕ ਏਕ ਰਘੁਨਾਥ। ਇਸ ਧਰਤੀ ਤੇ ਆਇਆ ਨਾ ਬਾਦਸ਼ਾਹ ਰਹਿਣਾ ਨਾ ਭਿਖਾਰੀ ਰਹਿਣਾ, ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੇ ਸੋ ਕਾਲੇ ਖਰਨਾ। ਨਾ ਇੱਥੇ ਰਾਜੇ ਨੇ ਰਹਿਣਾ ਨਾ ਭਿਖਾਰੀ ਨੇ ਰਹਿਣਾ। ਗੁਰਬਾਣੀ ਨੇ ਕਿਹਾ ਰਾਣਾ ਰਾਓ ਨਾ ਕੋਰੇ ਰੰਗ, ਨਾ ਤੁੰਗ ਫਕੀਰ ਵਾਰੀ, ਆਪੋ ਆਪਣੀ ਕੋਈ ਨਾ ਬੰਦਾ ਧੀਰ, ਗੱਲ ਵਾਰੀ ਤੇ ਮੁੱਕ ਜਾਣੀ ਹੈ। ਤੇ ਮੈਂ ਲੰਮੇਰੀਆਂ ਵਿਚਾਰਾਂ ਵਿੱਚ ਨਾ ਪਵਾਂ। ਗੁਰਬਾਣੀ ਦੇ ਆਧਾਰ ਤੇ ਬਹੁਤ ਕੁਝ ਕਿਹਾ ਜਾ ਸਕਦਾ, ਬਹੁਤ ਕੁਝ ਬੋਲਿਆ ਜਾ ਸਕਦਾ। ਇਸ ਪਰਿਵਾਰ ਦੇ ਨਾਲ ਸਤਿਕਾਰਯੋਗ ਡਾਕਟਰ ਜੰਗ ਬਹਾਦਰ ਸਿੰਘ ਜੀ ਸਾਡੇ ਵੀਰ, ਇਹਨਾਂ ਦੇ ਰਾਹੀਂ ਪਰਿਵਾਰ ਨਾਲ ਮਿਲਾਪ ਵਾਹ ਪਿਆ। ਔਰ ਜਿਹੜੀਆਂ ਗੁੜਤੀਆਂ ਮੈਂ ਸਮਝਣਾ ਮਾਪੇ ਦੇ ਗਏ ਨੇ, ਇਹਨਾਂ 'ਚ ਮਿਠਾਸ, ਇਹਨਾਂ 'ਚ ਨਿਮਰਤਾ, ਇਹਨਾਂ 'ਚ ਭਾਈਚਾਰਕ ਸਾਂਝ, ਇਹਨਾਂ ਵਿੱਚ ਕਿਸੇ ਦੇ ਦੁੱਖ ਸੁੱਖ ਦੇ ਭਾਈਵਾਲ ਬਣਨ ਦੀ ਜਿਹੜੀ ਮਾਪਿਆਂ ਨੇ ਗੁੜਤੀ ਦਿੱਤੀ ਆ। ਮੈਂ ਸੰਸਾਰ 'ਚ ਵਿਚਰ ਕੇ ਜਿਨ੍ਹਾਂ ਨੇ ਕਦੀ ਮਾਂ ਸਤਿਕਾਰਯੋਗ ਇਸ ਦੇ ਦਰਸ਼ਨ ਨਹੀਂ ਕੀਤੇ, ਮੈਂ ਸਮਝਣਾ ਸਤਿਕਾਰਯੋਗ ਵੀਰ ਕੁਲਵਿੰਦਰ ਸਿੰਘ ਹੋਰੀ ਬੈਠੇ ਨੇ, ਸਰਦਾਰ ਮਹਿੰਦਰ ਸਿੰਘ ਜੀ ਬੈਠੇ ਨੇ, ਉਹਨਾਂ ਦਾ ਪੋਤਰਾ ਕੇਵਲ ਸਿੰਘ ਬੈਠਾ, ਡਾਕਟਰ ਜੰਗ ਬਹਾਦਰ ਸਿੰਘ ਜੀ ਬੈਠੇ ਨੇ। ਭਾਵੇਂ ਪਰਿਵਾਰ ਵਿੱਚੋਂ ਮਾਤਾ ਨੂੰ ਦੁੱਖ ਵੇਖਣਾ ਪਿਆ, ਪਰਿਵਾਰ ਦਾ ਸਪੁੱਤਰ ਸਰਦਾਰ ਸ਼ਿੰਗਾਰਾ ਸਿੰਘ ਸੰਸਾਰ ਤੋਂ ਚਲਾ ਗਿਆ, ਮਾਤਾ ਜੀ ਨੂੰ ਜੀਵਨ ਵਿੱਚ ਪਤੀ ਦਾ ਦੁੱਖ ਵੇਖਣਾ ਪਿਆ, ਲੰਮਾ ਸਮਾਂ ਪਹਿਲਾਂ ਉਹ ਚਲੇ ਗਏ ਨੇ। ਪਰ ਮੈਂ ਸਮਝਣਾ ਇਸ ਔਲਾਦ ਨੂੰ ਨੇਕ ਗੁੜਤੀ ਦੇਣੀ, ਇਸ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਇਹਨਾਂ ਪੁੱਤਰਾਂ ਦਾ, ਆਪਣੀਆਂ ਬੱਚੀਆਂ ਦਾ, ਆਪਣੇ ਦਮਾਦ, ਆਪਣੀਆਂ ਦੋਹਤਿਆਂ ਪੋਤਿਆਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਜੀਵਨ ਦੀ ਚੰਗੀ ਸੰਸਾਰ ਵਿਚਰਨ ਦੀ ਜਾਚ ਦੱਸਣੀ, ਮੈਂ ਸਮਝਣਾ ਉਹ ਸਤਿਕਾਰਯੋਗ ਮਾਂ ਨੇ ਇਹਨਾਂ ਨੂੰ ਬਾਪ ਦਾ ਵੀ ਪਿਆਰ ਦਿੱਤਾ ਤੇ ਮਾਂ ਦਾ ਵੀ ਦਿੱਤਾ। ਅੱਜ ਜਿੱਥੇ ਲੰਮਾ ਸਮਾਂ ਪਹਿਲਾਂ ਪਿਤਾ ਦੇ ਪਿਆਰ ਤੋਂ ਵਾਂਝੇ ਹੋਏ ਸਨ ਪਰਿਵਾਰ, ਅੱਜ ਮਾਂ ਦੇ ਰਿਸ਼ਤੇ ਤੋਂ ਵੀ ਸਦਾ ਲਈ ਉਹ ਮਾਂ ਅਲਵਿਦਾ ਕਹਿ ਕੇ ਪਰਿਵਾਰ ਨੂੰ ਚਲੇ ਗਈ ਹੈ। ਸਾਰੇ ਦੁਨੀਆ ਦੇ ਰਿਸ਼ਤੇ ਬਦਲ ਸਕਦੇ ਨੇ, ਸੰਸਾਰ ਦੀ ਹਰ ਇੱਕ ਸ਼ੈ ਬਦਲ ਸਕਦੀ ਹੈ, ਕੇਵਲ ਮਾਂ ਦਾ ਰਿਸ਼ਤਾ ਨਹੀਂ ਬਦਲ ਸਕਦਾ। ਉਹ ਮਾਂ ਸਤਿਕਾਰਯੋਗ ਮਾਤਾ ਗੁਰਮੀਤ ਕੌਰ ਜੀ ਸਾਡੇ ਵਿੱਚੋਂ ਚਲੇ ਗਏ ਨੇ। ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ, ਜਿੱਥੇ ਬਹੁਤ ਸਤਿਕਾਰਯੋਗ ਹਸਤੀਆਂ ਆਈਆਂ ਉਹਨਾਂ ਬੋਲਣਾ ਹੈ, ਜੋ ਵੀ ਸਟੇਜ ਤੋਂ ਚੱਲਣੀ ਹੈ। ਦਰਬਾਰ ਸਾਹਿਬ ਦੇ ਸਾਡੇ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਗੁਰਿੰਦਰ ਸਿੰਘ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਨੇ, ਉਹ ਆਏ ਨੇ। ਸਰਦਾਰ ਜਗਬੀਰ ਸਿੰਘ ਜੀ ਉਹ ਆਏ ਨੇ। ਸਤਿਕਾਰਯੋਗ ਭਿੰਡਰ ਸਾਹਿਬ ਦਰਬਾਰ ਸਾਹਿਬ ਦੇ ਸਾਬਕਾ ਮੈਂਬਰ ਨੇ, ਉਹ ਵੀ ਸਾਬਕਾ ਮੈਨੇਜਰ ਸਾਹਿਬ ਉਹ ਵੀ ਆਏ ਨੇ। ਮੈਂ ਉਹਨਾਂ ਦੀ ਵੀ ਹਾਜ਼ਰੀ ਸਟੇਜ ਤੋਂ ਲਵਾਉਂਦਾ। ਖੁਸ਼ਹਾਲਪੁਰ ਸਾਹਿਬ ਬੈਠੇ ਨੇ, ਉਹ ਸਟੇਜ ਤੋਂ ਸਤਿਕਾਰਯੋਗ ਸਟੇਜ ਸੈਕਟਰੀ ਸਾਹਿਬ ਉਹਨਾਂ ਦੀਆਂ ਹਾਜ਼ਰੀਆਂ ਲਵਾਉਣਗੇ। ਪਰ ਮੈਂ ਆਪਣੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ ਆਇਆ। ਡਾਕਟਰ ਜੰਗ ਬਹਾਦਰ ਸਿੰਘ ਇੱਕ ਨੇਕ ਦਿਲ ਇਸ ਪਰਿਵਾਰ ਦਾ ਜੀ ਹੈ। ਮੈਂ ਸਮਝਦਾ ਜੇ ਇਹ ਨੇਕ ਹੈ, ਬਾਕੀ ਪਰਿਵਾਰ ਸਰਦਾਰ ਕੁਲਵਿੰਦਰ ਸਿੰਘ ਜੀ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਨੇ, ਜੇ ਉਹ ਨਗਰਾਂ ਦੇ ਸਰਪੰਚ ਰਹਿ ਕੇ ਉਹਨਾਂ ਸੇਵਾ ਕਰ ਰਹੇ ਨੇ, ਤੇ ਮੈਂ ਸਮਝਦਾ ਇਹ ਉਸ ਮਾਂ ਦੀ, ਉਸ ਬਾਪ ਦੀ ਚੰਗੀ ਗੁੜਤੀ ਇਹਨਾਂ ਦਾ ਸਮਾਜ ਵਿੱਚ ਨਾਮ ਹੈ। ਤਾਂ ਹੀ ਇਹ ਸਤਿਕਾਰ ਸ਼ਖਸੀਅਤਾਂ ਆ ਕੇ ਦੂਰ ਨੇੜੇ ਤੋਂ ਇੱਥੇ ਬੈਠੀਆਂ। ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ, ਕਹਿ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਬੇੜਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁੜ ਨਾ ਭਾਵ ਫੇਰਾ। ਬੋਲਦਿਆਂ ਮੇਰੀ ਨਿੱਜੀ ਭੁੱਲ ਦੀ ਮੈਨੂੰ ਮਾਫੀ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਸ਼ਾਇਰ ਨੇ ਤਾਂ ਇੱਥੋਂ ਤੱਕ ਫਰਮਾਇਆ ਹੈ, God cannot be everywhere, that is why he made mothers। ਪਰਮਾਤਮਾ ਖੁਦ ਸਾਰੇ ਕਿਤੇ ਹਾਜ਼ਰ ਨਹੀਂ ਹੋ ਸਕਦਾ, ਇਸ ਕਰਕੇ ਉਹਨੇ ਮਾਤਾਵਾਂ ਨੂੰ ਆਪਣੀ ਇੱਕ ਜ਼ਿੰਮੇਵਾਰੀ ਦੇ ਕੇ ਇਸ ਧਰਤੀ 'ਤੇ ਭੇਜਿਆ। ਜਿਹੜੇ ਘਰ 'ਚ ਮਾਤਾ ਮੌਜੂਦ ਹੈ, ਉੱਥੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਇਸ ਗੱਲ 'ਤੇ ਜ਼ਿਆਦਾ ਨਿਰਭਰ ਕਰਦੀਆਂ ਕਿ ਪਰਿਵਾਰ, ਬੱਚੇ ਮਾਤਾ ਪ੍ਰਤੀ ਕਿਸ ਤਰ੍ਹਾਂ ਦਾ ਵਤੀਰਾ ਰੱਖਦੇ, ਕਿਸ ਤਰ੍ਹਾਂ ਸਤਿਕਾਰ ਦਿੰਦੇ ਨੇ। ਅਤੇ ਅੱਜ ਇੱਥੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਇਹ ਫਖਰ ਜਿਹਾ ਮਹਿਸੂਸ ਹੁੰਦਾ ਕਿ ਇਸ ਪਰਿਵਾਰ ਨੇ ਮਾਤਾ ਗੁਰਮੀਤ ਕੌਰ ਜੀ ਨੂੰ ਜਿਸ ਤਰੀਕੇ ਨਾਲ ਸੰਭਾਲਿਆ, ਮਾਣ ਇੱਜ਼ਤ ਦਿੱਤਾ ਹੈ, ਤਾਂ ਇਹ ਮਾਤਾ ਵੱਲੋਂ ਦਿੱਤੇ ਆਪਣੇ ਸੰਸਕਾਰ ਸੀ। ਅਤੇ ਜਿਹੜੇ
ਲੋਕੀ ਆਪਣੇ ਮਾਤਾ ਪਿਤਾ ਦੇ ਅੱਗੇ ਝੁਕਣਾ ਸਿੱਖ ਜਾਂਦੇ ਨਾ। ਮੈਨੂੰ ਲੱਗਦੀ ਆ ਉਹਨਾਂ ਨੂੰ ਦੁਨੀਆ ਦੀ ਕਿਸੇ ਸਰਦਲ 'ਤੇ ਝੁਕਣਾ ਨਹੀਂ ਪੈਂਦਾ। ਅਤੇ ਇਸ ਪਰਿਵਾਰ 'ਚੋਂ ਇਹ ਚੀਜ਼ ਸਿੱਖੀ ਹੈ 2007 ਤੋਂ, ਜਦੋਂ ਦਾ ਵਾਹ ਮੇਰਾ ਡਾਕਟਰ ਜੰਗ ਬਹਾਦਰ ਜੀ ਨਾਲ ਪਿਆ ਹੈ। ਮੇਰਾ ਇਲਾਕਾ ਬਹੁਤ ਦੂਰ ਹੈ ਇੱਥੋਂ, ਪਰ ਅੰਮ੍ਰਿਤਸਰ ਦੇ ਵਿੱਚ ਉਦੋਂ 2 ਸਾਲ ਮੈਂ ਇੱਥੇ ਨੌਕਰੀ ਕਰਕੇ ਗਿਆ ਜੈਕਸਨ, ਤਾਂ ਉਦੋਂ ਡਾਕਟਰ ਸਾਹਿਬ ਨਾਲ ਅਕਸਰ ਮੁਲਾਕਾਤ ਹੁੰਦੀ ਸੀ। ਅਤੇ ਉਹੀ ਉਹਨਾਂ ਦੀ ਦੋਸਤੀ ਦਾ ਇੱਕ ਨਿੱਘ ਮੈਨੂੰ ਅੱਜ ਇੱਥੇ ਖਿੱਚ ਕੇ ਲੈ ਕੇ ਆਇਆ। ਭਗਤ ਕਬੀਰ ਜੀ ਨੇ ਫਰਮਾਇਆ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ, जहाँ लोभ तहाँ नरक है, जहाँ खिमा तह आप। तो ये संस्कार माता जी वालों दिते अपने पुत्रां नूं, परिवारक मैंबरां नूं, ये साफ झलकदे ने इसे शब्द की तरह। तो मैं बहुता समा ना लैंदा होया अपने वालों माता जी नूं शरधा दे फुल भेंट करदा होया यही अरदास करदा, सच्चे पातशाह पहला तो तुहाडा शुकराना कि तुसी माता जी नूं एडी लंबी उम्र दित्ती, नहीं तो कहाँ बसासा इस भांडे का इतना कला के ठणका। तो इस तरह ठणका तो कईयां नूं जमदियां नूं लग जांदा है, कईयां नूं जवानी च लग जांदा है, कईयां नूं अधवाटे अगे जाके हजे कबीलदारी सिरे लाई हुंदी उत्थे लग जांदा है। सच्चे पातशाह इस परिवार ते मेहर भरिया हत्थ रखिया, माता जी नूं इंनी लंबी उम्र बख्शी, पुत्त पोतियां तक देखण लई बख्शिश कीती। ते हुण उन्हां नूं अपने चरनां 'च भी निवास दिओ, ते नाल पिछे रह गए परिवार नूं, सखे स्नेहियां नूं ये भाणा मनण दा बल बख्शिओ। इन्हां कहंदा खिमल दा जाचका। वाहिगुरू जी का खालसा, वाहिगुरू जी की फतेह। माता जी नूं शरधा दे फुੱਲ भेंट करन वास्ते आई हुई गुरु रूप साध संगत जी फतेह बुलाओ। वाहिगुरू जी का खालसा, वाहिगुरू जी की फतेह। मेरे तो पहला सरदार गुरिंदरपाल सिंह जी गोरा मैंबर साहब ने, ते साडे बहुत ही प्यारे मित्र MLA सरदार नाजर सिंह जी मानशाहीआ जी ने माता जी के जीवन बारे बहुत विस्तार में दसिया। सरदार दयाल सिंह जी जिन्हां दी रिश्तेदारी है, जो स्टेज की सेवा निभा रहे, उन्होंने भी सारे परिवार बारे दसिया। कालों साहब ने भी बोलना, पर मेरा भी इस परिवार नाल बहुत नेड़े का वास्ता। सरदार कुलविंदर सिंह जी, सरदार महेंद्र सिंह जी, डॉक्टर जंग बहादुर जी, दूजे भाई साहब जिहड़े नहीं रहे, ये सारा परिवार पंथक परिवार आ और इलाके का बड़ा नामवर परिवार आ। जे मैं ये गल समझा कि साडे इलाके विच कोई गिणे मिथे परिवार ने, तो उन्हां दे विचों ये एक परिवार है। दुख आ मावां जिहड़ियां वो रिश्ता बहुत औखा नसीब हुंदा। मैं कालों साहब नाल अगे गल करन दिया सी भी इलैक्शन दे विच मेरे माता जी विच ढिले हो गए। मैं उन्होंने चैक चुक कराउण वास्ते गया, पर जदों भाजी का राती फोन आया तो मैं चंडीगढ़ों हाज़री लवाउण वास्ते आया, क्योंकि माँ जिहड़ी है रिश्ता ही इदां दा वा भी ये जिन तन ला गए उही जान सकदा। भावें अपनी उम्र पूरी करके सारा कुछ वेख के गए ने, उन्होंने दुख एक दो बारी लगा सी, पर फिर भी मावां जिहड़ियां ने वो मावां ही हुंदियां। मावां दे जान तो बाद सरदार कुलविंदर सिंह हुणां नूं, सरदार महेंद्र सिंह हुणां नूं, डॉक्टर साहब नूं, उन्हां दे भतीजिਆਂ ਨੂੰ, सारे परिवार ਨੂੰ दुख आ। इस करके मैं भी इस परिवार नाल बहुता लम्मा समा नहीं स्पीच देनी, दुख साझा करदा होया गुरु महाराज अगे अरदास करदा कि सच्चे पातशाह ये परिवार वधिया परिवार आ, ते माँ ने जिहड़ी फुलवाड़ी लाई है होर वधे फुले, क्योंकि साडियां भैणां ने
ਮਾਤਾ ਜੀ ਦੀ ਸੇਵਾ ਕੀਤੀ ਆ। ਮੈਂ ਅਕਸਰ ਹੀ ਘਰ ਜਾਂਦਾ ਰਿਹਾ ਅਤੇ ਜਦੋਂ ਵੀ ਸਰਦਾਰ ਮਹਿੰਦਰ ਸਿੰਘ ਹੋਣਾ ਨੇ ਫੋਨ ਕਰਨਾ, ਉਸੇ ਵੇਲੇ ਇੰਨੀ ਸੇਵਾ ਭਾਵਨਾ ਵਾ ਵੀ ਜਦੋਂ ਲੰਘਣਾ ਕਹਿਣਾ ਵੀ ਚਾਹ ਪੀ ਕੇ ਪ੍ਰਸ਼ਾਦਾ ਛਕ ਕੇ ਫਿਰ ਜਾਓ। ਇਹ ਸੰਸਕਾਰ ਜਿਹੜੇ ਨੇ ਮਾਤਾ ਪਿਤਾ ਦੀ ਦੇਣ ਹੁੰਦੀ ਆ। ਸਰਦਾਰ ਕੁਲਵਿੰਦਰ ਸਿੰਘ ਹੋਣੀ ਜਦੋਂ ਮਿਲਦੇ ਨੇ, ਆਓ ਘਰ ਹੋ ਕੇ ਜਾਓ, ਇਹ ਸੰਸਕਾਰ ਜਿਹੜੇ ਨੇ ਇਹ ਮਾਤਾ ਪਿਤਾ ਦੀ ਦੇਣ ਨੇ। ਅਜਿਹੀ ਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੀ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਾਤਾ ਜੀ ਗੁਰਮੀਤ ਕੌਰ ਦੀ ਅੰਤਮ ਅਰਦਾਸ ਸ਼ਾਮਲ ਹੋਣ ਲਈ ਆਏ ਸਾਰੇ ਰਿਸ਼ਤੇਦਾਰ, ਭੈਣ ਭਰਾ, ਸੱਜਣ ਸਨੇਹੀ, ਰਾਜਨੀਤਿਕ ਸ਼ਖਸੀਅਤਾਂ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੋਲਦੇ ਸਾਰੇ ਸਤਿਕਾਰਯੋਗ ਬੁਲਾਰਿਆਂ ਨੇ ਮਾਤਾ ਜੀ ਦੇ ਜੀਵਨ ਬਾਰੇ, ਪਰਿਵਾਰ ਬਾਰੇ ਬੜੀਆਂ ਗੱਲਾਂ ਸਾਂਝੀਆਂ ਕੀਤੀਆਂ। ਮੇਰੀ ਸਾਂਝ ਇਸ ਪਰਿਵਾਰ ਦੇ ਨਾਲ ਸਰਦਾਰ ਦਇਆ ਸਿੰਘ ਜੀ ਕਰਕੇ ਆ, ਕਿਉਂਕਿ ਸਾਡਾ ਹਲਕਾ ਪਹਿਲਾਂ ਫਤਿਹਗੜ੍ਹ ਚੂੜੀਆਂ ਅਤੇ ਸਰਦਾਰ ਦਇਆ ਸਿੰਘ ਜੀ ਦਾ ਪਰਿਵਾਰ ਸਾਡਾ ਆਪਣਾ ਪਰਿਵਾਰ, ਮੇਰੇ ਪਿਤਾ ਜੀ ਦੇ ਬਹੁਤ ਨੇੜੇਲੇ ਸਾਥੀ, ਅਤੇ ਉਹ ਇਹਨਾਂ ਦੇ ਮਹਿਮਾਨ ਨੇ। ਆਉਣਾ ਕਾਲੂ ਸਾਹਿਬ ਨੇ ਵੀ ਸੀ, ਪਰ ਉਹਨਾਂ ਦੀ ਥੋੜ੍ਹੀ ਸਿਹਤ ਢਿੱਲੀ ਸੀ। ਉਹਨਾਂ ਨੇ ਮੇਰੀ ਡਿਊਟੀ ਲਾਈ ਕਿ ਪਰਿਵਾਰ ਦੇ ਦੁੱਖ ਵਿੱਚ ਜਾ ਕੇ ਸ਼ਾਮਲ ਹੋਈਏ। ਕਹਿੰਦੇ ਨੇ ਕਿ ਪਰਿਵਾਰ ਦੇ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋਈਏ ਤਾਂ ਦੁੱਖ ਘਟਦਾ, ਖੁਸ਼ੀ ਸ਼ਾਮਲ ਹੋਈਏ ਖੁਸ਼ੀ ਦੁਗਣੀ ਹੁੰਦੀ ਆ। ਮਾਂ ਜਦੋਂ ਸ਼ਬਦ ਦਾ ਉਚਾਰਨ ਕੀਤਾ ਜਾਂਦਾ ਤਾਂ ਕਲੇਜੇ ਠੰਡ ਪੈ ਜਾਂਦੀ ਆ। ਮਾਂ ਐਸੀ ਚੀਜ਼ ਆ, ਪਰਮਾਤਮਾ ਨੇ ਐਸੀ ਉਹਨੂੰ ਬਖਸ਼ਿਸ਼ ਕੀਤੀ ਆ ਕਿ ਉਹਦਾ ਜਿਹੜਾ ਲਹੂ ਆ, ਜਦੋਂ ਉਹ ਬੱਚੇ ਨੂੰ ਜਨਮ ਦਿੰਦੇ ਆ, ਉਸ ਤੋਂ ਬਾਅਦ ਉਹਦਾ ਲਹੂ ਜਿਹੜਾ ਉਹਦੀਆਂ ਛਾਤੀਆਂ 'ਚੋਂ ਦੁੱਧ ਬਣ ਕੇ ਸਾਡੇ ਸਰੀਰ ਦੇ ਵਿੱਚ ਵਗਦਾ, ਅਤੇ ਅਸੀਂ ਉਸ ਦੁੱਧ ਨੂੰ ਚੁੰਘ ਕੇ ਇਸ ਦੁਨੀਆ 'ਚ ਚੱਲਣ ਦੇ ਕਾਬਲ ਹੁੰਦੇ ਹਾਂ। ਪਤਾ ਨਹੀਂ ਕਿੰਨੀਆਂ ਪੀੜਾਂ ਸਹਿ ਕੇ, ਕਿੰਨਾ ਕੁਝ ਸਰ ਕੇ, ਦੁੱਖ ਝੱਲ ਕੇ ਉਹ ਆਪਣੀ ਔਲਾਦ ਨੂੰ ਪਾਲਦੀ, ਜਨਮ ਦਿੰਦੀ, ਉਸ ਔਲਾਦ ਨੂੰ ਇਸ ਕਾਬਲ ਕਰਦੀ ਕਿ ਉਹ ਔਲਾਦ ਮੁੜ ਕੇ ਦੁਨੀਆ ਦੇ ਵਿੱਚ ਨਾਮ ਨਾ ਖੱਟਦੀ ਆ। ਹੁਣ ਸਾਡਾ ਪਰਿਵਾਰ ਆ, ਸਰਦਾਰ ਕੁਲਵਿੰਦਰ ਸਿੰਘ ਹੋਣੀ, ਸਰਦਾਰ ਮਹਿੰਦਰ ਸਿੰਘ ਹੋਣੀ, ਡਾਕਟਰ ਸਾਹਿਬ ਹੋਣੀ, ਸਾਰੇ, ਕਿਉਂਕਿ ਮੇਰਾ ਇਸ ਪਰਿਵਾਰ ਨਾਲ ਵਾਹ ਇਸ ਇਲੈਕਸ਼ਨ ਦੇ ਵਿੱਚ ਪਿਆ, ਅਤੇ ਜਿੰਨਾ ਇਸ ਪਰਿਵਾਰ ਨੇ ਨਿੱਘ ਦਿੱਤਾ ਮੈਨੂੰ ਥੋੜ੍ਹੀਆਂ ਜਿਹੀਆਂ ਮੁਲਾਕਾਤਾਂ ਦੇ ਵਿੱਚ। ਠੀਕ ਆ, ਭਾਵੇਂ ਸਰਦਾਰ ਦਇਆ ਸਿੰਘ ਹੋਣਾ ਕਰਕੇ ਸੀ, ਪਰ ਜਦੋਂ ਕਿਸੇ ਦੀ ਖਿੱਚ ਹੋਵੇ, ਤਾਂਘ ਹੋਵੇ, ਫਿਰ ਹੀ ਰਿਸ਼ਤਾ ਅੱਗੇ ਵੱਧਦਾ। ਕਿਉਂਕਿ ਇਹ ਸਾਰੇ ਸੰਸਕਾਰ ਜਿਹੜੇ ਸੀ ਇਹ ਉਸ ਮਾਂ ਦੇ ਨੇ। ਮਾਂ ਜਿਹੜੀ ਆ ਉਹ ਆਪਣੇ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਵਿਚਰਨਾ ਦੱਸਦੀ ਆ, ਉਹਨੂੰ ਤੁਰਨਾ ਦੱਸਦੀ, ਉਹਨੂੰ ਉੱਚੀ ਨੀਚੀ ਥਾਂ ਦਾ ਦੱਸਦੀ ਆ। ਉਹ ਵੀ ਖਾਸ ਕਰਕੇ ਜਦੋਂ ਸਿਰ ਦਾ ਸਾਈਂ ਪਹਿਲੋਂ ਚਲੇ ਜਾਏ, ਅਤੇ ਉਸ ਤੋਂ ਬਾਅਦ ਜਿਹੜਾ ਦੁਨੀਆ 'ਚ ਵਿਚਰਨਾ ਸਿਖਾਉਣਾ ਕੋਈ ਬੜੀ ਵੱਡੀ ਜ਼ਿੰਮੇਵਾਰੀ ਆ। ਅਤੇ ਉਹ ਸਾਡੇ ਸਤਿਕਾਰਯੋਗ ਮਾਤਾ ਜੀ ਨੇ ਇਸ ਪਰਿਵਾਰ ਨੂੰ ਜਿਹੜੀ ਦਿੱਤੀ, ਉਹ ਤੁਹਾਡੇ ਸਾਰੇ ਜਿਹੜੀ ਅੱਜ ਦਾ ਇਕੱਠ ਆ, ਉੱਥੋਂ ਇਹ ਪਤਾ ਲੱਗਦਾ ਕਿ ਇਸ ਪਰਿਵਾਰ ਦੀ ਕਿੰਨੀ ਸਾਂਝ ਹੈ, ਕਿੰਨਾ ਨਿੱਘ ਹੈ, ਕਿੰਨੀ ਤਾਂਘ ਹੈ, ਕਿੰਨੀ ਇਹਨਾਂ ਨੂੰ ਰਿਸ਼ਤੇਦਾਰੀਆਂ ਸਾਂਝਾਂ ਨਿਭਾਉਣ ਦੀ ਜਾਚ ਆ। ਠੀਕ ਆ, ਸੰਸਾਰ ਵਿੱਚ ਵਿਚਰਦੇ ਸਾਰੇ ਆਏ, ਸਾਰਿਆਂ ਚਲੇ ਜਾਣਾ, ਕੋਈ ਸਥਿਰ ਨਹੀਂ। ਪਰਮਾਤਮਾ ਨੇ ਜਿਸ ਜੀਵ ਨੂੰ ਘੱਲਿਆ, ਨਾਲ ਹੀ ਉਹਦੀ ਮੌਤ ਦੀ ਘੜੀ ਪਹਿਲੋਂ ਲਿਖ ਕੇ ਤੋਰੀ ਆ। ਚਾਹੇ ਸਾਇੰਸ ਬੜੀ ਤਰੱਕੀ ਕਰ ਗਈ, ਅੱਜ ਸਾਇੰਸ ਇੱਥੋਂ ਤੱਕ ਪਹੁੰਚ ਗਈ, ਡਾਕਟਰ ਸਾਹਿਬ ਵੀ ਬੈਠੇ ਨੇ, ਸਾਰੇ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਨੇ। ਸਾਇੰਸ ਇੱਥੋਂ ਤੱਕ ਪਹੁੰਚ ਗਈ ਆ ਕਿ ਮਾਂ ਦੇ ਪੇਟ 'ਚ ਜੰਮਣ ਵਾਲੀ ਜਿਹੜੀ ਆਉਣ ਵਾਲਾ ਜੀਵ ਆ, ਉਹਦਾ ਇਹ ਤੱਕ ਤਾਂ ਦੱਸ ਦਿੱਤਾ ਕਿ ਨਰ ਆ, ਮਾਦਾ ਵਾ, ਇਸ ਸਮੇਂ ਤੱਕ ਇਹਦਾ ਸੰਸਾਰ ਦੇ ਵਿੱਚ ਆ ਸਕਦਾ, ਪਰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਇਸ ਵੇਲੇ ਅੰਤਮ ਘੜੀ ਆਉਣੀ। ਉਹ ਪਰਮਾਤਮਾ ਨੇ ਆਪਣੇ ਕੋਲ ਰੱਖੀ, ਉਹ ਕੁੰਡੀ ਆਪਣੇ ਕੋਲ ਰੱਖੀ ਆ। ਮਰਨ ਰਖਾਏ ਮੰਡਲ ਮੇ ਆਏ, ਆਪਾਂ ਸਾਰੇ ਗੋਰਾ ਜੀ ਨੇ ਮੇਰਾ ਖਿਆਲ ਹੈ ਕਿ ਸਭ ਤੋਂ ਵੱਧ ਜਿਹੜੀਆਂ ਉਦਾਹਰਨਾਂ ਨੇ ਬਾਣੀ ਦੇ ਨਾਲ ਜੋੜਿਆ, ਬਾਣੀ ਦੀਆਂ ਉਦਾਹਰਨਾਂ ਦੇ ਕੇ ਸਾਰਾ ਇਸ ਸੰਸਾਰ ਵਿੱਚ ਵਿਚਰਨ ਦਾ ਸਾਨੂੰ ਜਾਚ ਦੱਸੀ ਆ। ਬਾਣੀ ਸਾਨੂੰ ਸਾਰਾ ਦੱਸਦੀ ਇਹੀ ਆ ਕਿ ਜੀਣਾ ਝੂਠ ਤੇ ਮਰਨਾ ਸੱਚ। ਪਰ ਜਿਹੜੀ ਮਾਂ ਵਾ, ਮਾਂ ਦਾ ਰੋਲ ਹੋਰ ਕੋਈ ਨਹੀਂ ਨਿਭਾ ਸਕਦਾ, ਕਿਉਂਕਿ ਮਾਂ ਐਸੀ ਚੀਜ਼ ਆ ਕਿ ਉਹ ਆਪਣੇ ਧੀਆਂ ਪੁੱਤਾਂ ਨੂੰ ਉਸ ਵੇਲੇ ਤੱਕ ਉਡੀਕਦੀ ਆ ਜਦੋਂ ਤੱਕ ਉਹ ਆ ਨਹੀਂ ਜਾਂਦੇ, ਅਤੇ ਉਹ ਜਾਂ ਤਾਂ ਕਿਸੇ ਕੁਰਸੀ 'ਤੇ ਬੈਠੀ ਹੁੰਦੀ ਆ
ਤੇ ਜਾਂ ਕਿਤੇ ਮੰਜੇ ਤੇ ਢੋ ਲਾ ਕੇ ਬੈਠੀ ਹੁੰਦੀ ਜਦੋਂ ਤੱਕ ਉਹਦੇ ਧੀਆਂ ਪੁੱਤ ਅੰਦਰ ਘਰਾਂ 'ਚ ਨਹੀਂ ਨਾ ਵੜ ਜਾਂਦੇ ਉਨੀ ਦੇਰ ਤੱਕ ਉਹਦੀ ਬਿੜਕ ਜਿਹੜੀ ਬਾਹਰ ਤੱਕ ਹੁੰਦੀ ਆ। ਮੇਰੇ ਮਾਤਾ ਜੀ ਨੂੰ ਵੀ ਗਿਆ ਨੂੰ 4 ਸਾਲ ਹੋ ਗਏ, ਪਰ ਅਸੀਂ ਵੇਖਦੇ ਹੁੰਦੇ ਸੀ ਕਿ ਮੇਰੇ ਭਾਵੇਂ ਫਾਦਰ ਸਾਹਿਬ ਸੀ, ਮੇਰੀ ਵਾਈਫ ਸੀ, ਉਹ ਸੁੱਤੇ ਹੁੰਦੇ ਸੀ, ਪਰ ਮੇਰੀ ਮਦਰ ਨੇ ਜਿੰਨਾ ਚਿਰ ਮੈਂ ਘਰ ਨਾ ਆ ਜਾਣਾ ਤੇ ਉਹਨਾਂ ਉਡੀਕਦੇ ਰਹਿਣਾ, ਤੇ ਉਦੋਂ ਜਦੋਂ ਅਸੀਂ ਘਰ ਵੜ ਜਾਣਾ ਤੇ ਫਿਰ ਜਾ ਕੇ ਕਿਤੇ ਉਹਨਾਂ ਨੇ ਆਪਣੇ ਮੰਜੇ ਵੱਲ ਨੂੰ ਜਾਣਾ। ਪਰ ਕਿਉਂਕਿ ਮਾਂ ਜਿਹੜੀ ਆ, ਮਾਂ ਦਾ ਕਲੇਜਾ ਤੇ ਮਾਂ ਦੀਆਂ ਜਿਹੜੀਆਂ ਅਸੀਸਾਂ ਨੇ ਉਹ ਜਿਹੜੀ ਸਾਨੂੰ ਠੰਡ ਪਾਉਂਦੀਆਂ, ਉਹ ਹੀ ਸਾਨੂੰ ਦੁਨੀਆ ਦੇ ਵਿੱਚ ਵਿਚਰਨਾ ਦੱਸਦੀਆਂ। ਪਰ ਹੁਣ ਜਿਹੜਾ ਕਲਯੁੱਗ ਕਹਿ ਲਈਏ ਨਾ, ਬੜਾ ਟੇਢਾ ਮੇਢਾ ਜਿਹਾ ਹੋ ਗਿਆ। ਹੁਣ ਹਾਲਾਤ ਇਹ ਬਣ ਗਏ ਕਿ ਅਸੀਂ ਮਾਂ ਪਿਓ ਵੰਡ ਲਏ। ਦੁਨੀਆਦਾਰੀ ਕੋਈ ਜਿੰਨਾ ਮਰਜ਼ੀ ਆਪਾਂ ਇੱਥੇ ਬੈਠੇ ਆ ਕੇ ਜਿਹੜੀਆਂ ਬੜੀਆਂ ਆਪਾਂ ਗੱਲਾਂ ਕਰਦੇ ਹਾਂ, ਪਰ ਹਾਲਾਤ ਇਹ ਬਣਾਤੇ ਸੀ ਮਾਂ ਪਿਓ ਵੰਡ ਲਏ। ਕੋਈ ਕਹਿੰਦਾ ਮਾਂ 3 ਮਹੀਨੇ ਤੇਰੇ ਕੋ ਰਹੂ, ਬਾਪ ਤੇਰੇ ਕੋ 2 ਮਹੀਨੇ ਰਹੂ। ਪਰ ਜਦੋਂ ਮਾਂ ਨੇ ਜੰਮਿਆ ਸੀ, ਮਾਂ ਨੇ ਪਾਲਿਆ ਸੀ, ਉਦੋਂ ਇਹ ਨਹੀਂ ਸੀ ਕਿਹਾ ਕਿ ਤੇਰਾ ਆਹ ਪਾਲੂ, ਤੈਨੂੰ ਆਹ ਪਾਲੂ। ਮਾਂ ਨੇ ਹੀ ਸਾਰਾ ਕੁਝ ਸਾਡਾ ਕੀਤਾ ਹੁੰਦਾ। ਤੇ ਅਸੀਂ ਇਹਨਾਂ ਚੀਜ਼ਾਂ ਦੇ ਜਦੋਂ ਆ ਜਾਂਦੇ ਤੇ ਉਦੋਂ ਦੁਨੀਆ ਬੜੀ ਟੇਢੀ ਮੇਢੀ ਲੱਗਦੀ ਆ। ਚਲੋ ਇਸ ਮਾਂ ਦੀ ਅਸੀਸ ਕਿ ਅੱਜ ਇਹ ਸਾਰਾ ਪਰਿਵਾਰ ਇਸ ਵੇਲੇ ਸਾਰੇ ਸਾਡੇ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਨਾਮ ਆ। ਮੈਂ ਤਾਂ ਇਹੋ ਕਹੂੰਗਾ ਕਿ ਸਾਡੇ ਇਸ ਪਰਿਵਾਰ ਦਾ ਨਾਂ ਬਹੁਤ ਉੱਚਾ ਵਾ, ਹਰ ਲੋਕੀ ਸਤਿਕਾਰ ਦੇ ਨਾਲ ਨਾਮ ਲੈਂਦੇ ਨੇ। ਤੇ ਇਹ ਸਾਰੀਆਂ ਅਸੀਸਾਂ ਉਸ ਮਾਂ ਦੀਆਂ ਨੇ, ਤੇ ਮੈਂ ਤੇ ਉਸ ਮਾਂ ਨੂੰ ਸਜਦਾ ਕਰਦਾ ਤੇ ਨਾਲ ਹੀ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੈ, ਸੱਚੇ ਪਿਤਾ ਵਾਹਿਗੁਰੂ ਉਸ ਨੇਕ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਤੇ ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਦਾ ਦੁੱਖ ਵੰਡਾਉਣ ਦੇ ਲਈ ਵੱਡੀ ਗਿਣਤੀ 'ਚ ਜੁੜ ਬੈਠੇ ਸਾਧ ਸੰਗਤ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੁਰਮੀਤ ਕੌਰ ਜੀ ਕਿਸ ਮਹਾਨ ਸ਼ਖਸੀਅਤ ਦੇ ਮਾਲਕ ਸਨ, ਉਹ ਮੇਰੇ ਤੋਂ ਪਹਿਲਾਂ ਸਭ ਬੁਲਾਰਿਆਂ ਨੇ ਵਿਸਥਾਰ ਸਹਿਤ ਚਾਨਣਾ ਪਾਇਆ ਹੈ। ਤੇ ਸਭ ਤੋਂ ਵੱਡਾ ਗਵਾਹ ਕਿਸੇ ਆਦਮੀ ਦੇ ਗੁਣਾਂ ਦਾ, ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ ਬਸਰ ਕੀਤੀ ਹੈ, ਉਹ ਹੁੰਦਾ ਹੈ ਉਹਨਾਂ ਦੀ ਅੰਤਮ ਅਰਦਾਸ ਦੇ ਵੇਲੇ ਜੁੜਿਆ ਹੋਇਆ ਇਕੱਠ। ਸੋ ਬੜੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਰਾਜਨੀਤਿਕ ਨੇਤਾ, ਧਾਰਮਿਕ ਸ਼ਖਸੀਅਤਾਂ ਔਰ ਇਸ ਤੋਂ ਇਲਾਵਾ ਡਾਕਟਰ ਸਾਹਿਬਾਨ ਵੀ ਪਹੁੰਚੇ ਆ, ਮੈਡੀਕਲ ਪ੍ਰੋਫੈਸ਼ਨ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਵੱਡੀਆਂ ਪਹੁੰਚੀਆਂ। ਇਲਾਕੇ ਦੀਆਂ ਦੇ ਨਾਮਵਰ ਜਿਹੜੇ ਆ ਪਤਵੰਤੇ ਉਹ ਵੀ ਹਾਜ਼ਰ ਨੇ, ਤੇ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਦੇ ਰਿਸ਼ਤੇਦਾਰ ਤੇ ਸਨੇਹੀ ਪਹੁੰਚੇ ਹੋ। ਮੈਂ ਬੜੇ ਹੀ ਸਨਿਮਰ ਲਫ਼ਜ਼ਾਂ ਦੇ ਵਿੱਚ ਪਰਿਵਾਰ ਦੇ ਵੱਲੋਂ ਤੁਹਾਡਾ ਸਭ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਲੰਬੇ ਸਮੇਂ ਤੱਕ ਮਾਤਾ ਜੀ ਦੀ ਆਤਮਕ ਸ਼ਾਂਤੀ ਦੇ ਲਈ ਗੁਰੂ ਦੀ ਗੋਦ ਦੇ ਵਿੱਚ ਬੈਠੇ ਹੋ, ਧੰਨਵਾਦ ਕਰਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ